ਹਾਲੇਲੂਇਆ ਤੇ ਜੈ ਮਸੀਹ ਸਾਰੇ ਭੈਣ ਭਰਾਵਾਂ ਨੂੰ Hallelujah. God bless you, all the brothers and sisters. ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਦੇਵੇ ਤੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਪੈਂਟੇਕੋਸਟ ਦੇ ਦਿਨ ਜਿਹੜੇ ਨੇ ਉਹ ਸੈਲੀਬ੍ਰੇਟ ਕਰ ਰਹੇ ਹਾਂ May God bless you all mightily. In these days, we are celebrating the day of Pentecost. ਪ੍ਰਭੂ ਦੇ ਭੈਣੋ ਆਪਾਂ ਸਿੱਧਾ ਪਰਮੇਸ਼ਰ ਦੇ ਵਚਨ ਵਿੱਚ We're ਜਾਵਾਂਗੇ going to go directly in the Word of God today. ਅੱਜ ਦਾ ਜਿਹੜਾ ਵਚਨ ਹੈਗਾ ਆ ਉਹਦਾ ਟਾਈਟਲ ਮੈਂ ਰੱਖਿਆ ਹੈਗਾ The ਆ title of today's word is 7 by 7 with Holy Spirit 7 by 7 with Holy Spirit. ਪਵਿੱਤਰ ਆਤਮਾ ਦੇ ਨਾਲ. ਇਹਦਾ ਹਿੰਦੀ ਦੇ ਵਿੱਚ ਮਤਲਬ ਆ In ਨਿਕਲੇਗਾ Hindi, the meaning of this is पवित्र आत्मा के साथ साथ okay, with the Holy Spirit. Together with the Holy Spirit. आज पवित्र आत्मा के साथ साथ ਦੇ ਬਾਰੇ ਆਪਾਂ ਗੱਲਬਾਤ We're going ਕਰਾਂਗੇ to talk about being with the Holy Spirit continuously. ਜਾਨੀ ਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਵਿੱਤਰ ਆਤਮਾ ਕਿੱਦਾਂ ਆਪਣੇ ਨਾਲ ਚੱਲਦਾ ਹੈ ਪਵਿੱਤਰ ਆਤਮਾ ਕਿੱਦਾਂ ਆਪਣੇ ਨਾਲ ਰਹਿੰਦਾ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਸਿੱਧਾ ਪ੍ਰਭੂ ਦੇ ਬਚਨ ਵਿੱਚ ਜਾਵਾਂਗੇ ਤੇ ਪੜਾਂਗੇ ਆਪਾਂ ਗਲਾਤੀਆਂ ਦਾ 5ਵਾਂ ਚੈਪਟਰ ਤੇ ਉਹਦਾ 16ਵਾਂ ਤੇ 17ਵਾਂ ਤੇ 25ਵਾਂ ਵਰਸ. And we're going to read the word of God from Galatians chapter 5, 16, 17, and 25th. And we're going to, from the beginning till the end, going with the Holy Spirit. That's what we're going to learn today. Galatians chapter 5, verse 16 and 17 and 25. ਜੀ ਮੇਰੇ ਕਹਿਣ ਦਾ ਅਰਥ ਹੈ ਕਿ ਪਵਿੱਤਰ ਆਤਮਾ ਦੀ ਅਗਵਾਈ ਹੇਠ ਜੀਵਨ ਗੁਜ਼ਾਰੋ ਤਾਂ ਤੁਸੀਂ ਕਿਸੇ ਤਰ੍ਹਾਂ ਵੀ ਸਰੀਰ ਦੀਆਂ ਵਾਸ਼ਨਾਵਾਂ ਪੂਰੀਆਂ ਨਹੀਂ ਕਰ ਸਕੋਗੇ ਕਿਉਂਕਿ ਸਰੀਰ ਦੀਆਂ ਵਾਸ਼ਨਾਵਾਂ ਆਤਮਾ ਦੇ ਵਿਰੁੱਧ ਹੁੰਦੀਆਂ ਹਨ ਅਤੇ ਆਤਮਾ ਦੀਆਂ ਸਰੀਰ ਦੇ ਇਹ ਦੋਵੇਂ ਇੱਕ ਦੂਜੇ ਦੇ ਵਿਰੁੱਧ ਹਨ ਇਸੇ ਲਈ ਜੋ ਕੁਝ ਤੁਸੀਂ ਕਰਨਾ ਚਾਹੁੰਦੇ ਹੋ ਨਹੀਂ ਕਰ ਸਕਦੇ ਹੋ ਜੇਕਰ ਤੁਸੀਂ ਆਤਮਾ ਦੀ ਅਗਵਾਈ ਵਿੱਚ ਚੱਲਦੇ ਹੋ ਤਾਂ ਤੁਸੀਂ ਵਿਵਸਥਾ ਦੇ ਅਧੀਨ ਨਹੀਂ ਹੋ ਪਰਮੇਸ਼ਰ ਦਾ ਵਚਨ ਬਾਰ-ਬਾਰ ਆਪਾਂ ਨੂੰ ਸਿਖਾਉਂਦਾ ਹੈ ਕਿ ਸਾਨੂੰ ਪਵਿੱਤਰ ਆਤਮਾ ਦੇ ਨਾਲ ਚੱਲਣਾ ਚਾਹੀਦਾ ਆ ਸਾਨੂੰ ਪਵਿੱਤਰ ਆਤਮਾ ਕੇ ਸਾਥ ਚੱਲਣਾ ਚਾਹੀਏ The word of God teaches us again and again that we have to walk with the Holy Spirit. We have to walk again and again with the Holy Spirit. ਸੋ ਪ੍ਰਭੂ ਦੇ ਪੈਰੋਂ ਕਿਸੇ ਦੇ ਨਾਲ ਚੱਲਣ ਦੇ ਵਾਸਤੇ ਕਿਸੇ ਦੇ ਸਾਥ ਚੱਲਣ ਦੇ ਵਾਸਤੇ ਇਹ ਜ਼ਰੂਰੀ ਹੁੰਦਾ ਕਿ ਉਹਨੂੰ ਜਾਣ ਲਿਆ ਜਾਵੇ ਪਹਿਚਾਨ ਲਿਆ ਜਾਵੇ ਤਾਂ ਕਿ ਆਪਾਂ ਉਸ ਦੇ ਨਾਲ ਚੱਲ It is very important to know that person if we are going to walk with them. ਹੁਣ ਤੁਸੀਂ ਕਹਿ ਸਕਦੇ ਹੋ ਕਿ ਪਾਸੇ ਜੀ ਇਸ ਕੀ ਅਸੀਂ ਪਵਿੱਤਰ ਆਤਮਾ ਦੇ ਨਾਲ ਚੱਲ ਸਕਦੇ ਹੈਗੇ ਆ ਕੀ ਪਵਿੱਤਰ ਆਤਮਾ ਸਾਡੇ ਨਾਲ ਚੱਲ ਸਕਦਾ ਵੀ ਉਹ ਤਾਂ ਸਵਰਗ ਵਿੱਚ ਹੈ ਜਾਂ ਰੱਬ ਹੈ ਨਹੀਂ ਪੈਂਟੇਕੋਸਟ ਵਾਲੇ ਦਿਨ ਉਹ ਸਵਰਗ ਤੋਂ ਧਰਤੀ ਤੇ ਆ ਗਿਆ ਹੈ ਸੋ ਪਵਿੱਤਰ ਆਤਮਾ ਅੱਜ ਧਰਤੀ ਤੇ ਹੈ ਆਪਣੇ ਨਾਲ ਹੈ ਤੇ ਆਪਣੇ ਨਾਲ ਚੱਲਣਾ ਚਾਹੁੰਦਾ ਆ ਪਵਿੱਤਰ ਆਤਮਾ ਆਪਣੇ ਵਿੱਚ ਬਸਦਾ ਆ ਉਹਨਾਂ ਦੇ ਜਿਹੜੇ ਵਿਸ਼ਵਾਸੀ ਨੇ ਸੋ ਤਿਆਰ ਹੋ ਜਾਵੋ ਪਵਿੱਤਰ ਆਤਮਾ ਕੇ ਸਾਥ ਚੱਲਣੇ ਵਾਸਤੇ And you might ask or some people might ask well is it possible the Holy Spirit is up there in heaven but no I want to tell you from the day of the Pentecost the Holy Spirit is here on this earth and it walks with us step by step and the ones who are believers have accepted Lord Jesus as their Savior the Holy Spirit abides in them. ਸੋ ਪੜਾਂਗੇ ਆਪਾਂ ਪਰਮੇਸ਼ਰ ਦੇ ਵਚਨ ਵਿੱਚ ਚੇਲਿਆਂ ਦੇ ਕਰਤੱਵ ਚੈਪਟਰ 2 ਵਰਸ 1 to 4 ਆਪਾਂ ਦੇਖਾਂਗੇ ਸੋ ਆਓ ਧਿਆਨ ਦੇ ਨਾਲ ਦੇਖੀਏ ਵੀ ਕੀ ਆਖਦਾ ਹੈ ਪਰਮੇਸ਼ਰ ਦਾ ਵਚਨ ਐਕਟਸ ਚੈਪਟਰ 2 ਵਰਸ 1 to 4 ਜੀ ਇਹ ਪੰਤੇਕਸ ਦੇ ਤਿਉਹਾਰ ਦਾ ਦਿਨ ਸੀ ਉਹ ਸਾਰੇ ਇੱਕ ਥਾਂ ਇਕੱਠੇ ਸਨ ਅਚਾਨਕ ਆਕਾਸ਼ ਤੋਂ ਇੱਕ ਬਹੁਤ ਤੇਜ਼ ਹਨੇਰੀ ਵਰਗੀ ਆਵਾਜ਼ ਆਈ ਅਤੇ ਉਸ ਨਾਲ ਸਾਰਾ ਘਰ ਗੂੰਜ ਉੱਠਿਆ ਜਿਸ ਵਿੱਚ ਉਹ ਬੈਠੇ ਹੋਏ ਸਨ ਫਿਰ ਉਹਨਾਂ ਨੂੰ ਅੱਗ ਵਰਗੀਆਂ ਜੀਵਾਂ ਵੱਖਰੀਆਂ ਹੁੰਦੀਆਂ ਦਿਖਾਈ ਦਿੱਤੀਆਂ ਜਿਹੜੀਆਂ ਉਹਨਾਂ ਵਿੱਚੋਂ ਹਰ ਇੱਕ ਤੇ ਆ ਠਹਿਰੀਆਂ ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਪਰਾਈਆਂ ਬੋਲੀਆਂ ਬੋਲਣ ਲੱਗ ਪਏ ਜਿਵੇਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਲਈ ਉਭਾਰਿਆ ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਤੇ ਪਰਾਈਆਂ ਬੋਲੀਆਂ They were all filled with the Holy Spirit and they started to speak in tongues. ਪ੍ਰਭੂ ਦੇ ਭੈਣੋ ਇਹ ਰੂਹ ਦਾ ਬੈਪਟਿਜ਼ਮ ਜਿਹੜਾ ਹੈ ਪਵਿੱਤਰ ਆਤਮਾ ਦਾ ਬੈਪਟਿਜ਼ਮ ਜਿਹੜਾ ਹੈ ਉਹ ਪ੍ਰਭੂ ਦੇ ਭੈਣੋ ਸਾਰੇ ਵਾਸਤੇ And the baptism of the Holy Spirit brothers and sisters is for everyone.
ਪਹਿਲੀ ਗੱਲ ਤਾਂ ਇਹ ਆ ਉਸ ਜਗ੍ਹਾ ਤੇ ਜਿੰਨੇ ਲੋਕ ਮੌਜੂਦ ਸੀਗੇ 120 ਦੇ ਬੀਆਂ ਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਮਿਲਿਆ ਤੇ ਸਾਰੇ ਰੱਬ ਦੀ ਰੂਹ ਨਾਲ ਭਰ ਗਏ ਤੇ ਸਾਰੇ ਦੂਜੀਆਂ ਬੋਲੀਆਂ ਬੋਲਣ And ਲੱਗੇ all 120 of them were touched by the Holy Spirit, and they were filled by the Holy Spirit, and they all started to speak in other tongues. ਜੇ 118 ਹੀ ਭਰਦੇ ਜਾਂ 119 ਹੀ ਭਰਦੇ ਜਾਂ 119 ਹੀ ਭਰਦੇ ਤਾਂ ਫੇਰ ਤਾਂ ਮੈਂ ਕਹਿ ਸਕਦਾ ਸੀਗਾ ਵੀ ਹਾਂਜੀ ਸਾਰਿਆਂ ਵਾਸਤੇ ਨਹੀਂਗਾ, ਇਹ ਕੁਝ ਲੋਕਾਂ ਵਾਸਤੇ ਆ। ਲੇਕਿਨ 120 ਦੇ ਵਿੱਚੋਂ 120 ਨੂੰ ਹੀ ਰੂਹ ਦਾ ਬਪਤਿਸਮਾ ਮਿਲ ਗਿਆ। ਸੋ ਇੱਥੋਂ ਆਪਾਂ ਕਹਿ ਸਕਦੇ ਹਾਂ ਕਿ ਪਰਮੇਸ਼ਰ ਚਾਹੁੰਦਾ ਹੈ ਕਿ ਸਾਰੇ ਹੀ ਰੱਬ ਦੀ ਰੂਹ ਦੇ ਨਾਲ ਭਰ ਜਾਣ ਤੇ ਦੂਸਰੀਆਂ ਬੋਲੀਆਂ ਦਾ ਬੋਲਣ ਦਾ ਐਕਸਪੀਰੀਅੰਸ ਲੈ If ਸਕਣ। that day, out of the 120, maybe 118 or 119 only would have been filled with the Holy Spirit and speaking in other tongues, I could have said, yes, maybe it's not for everyone, but no, everyone, 120 of them, they were filled and they were speaking other tongues. So for that reason, we know that the baptism of the Holy Spirit is for all of us. ਦੂਸਰੀ ਗੱਲ ਇਹ ਆ ਦੇਖਣ ਵਾਲੀ ਹੈਗੀ ਆ ਪ੍ਰਭੂ ਦੇ ਪਹਿਲਾਂ ਜਿਹੜਾ ਪਵਿੱਤਰ ਆਤਮਾ ਦਾ ਬਪਤਿਸਮਾ ਆ ਉਹ ਜਦੋਂ ਆਂਦਾ ਆ ਵਚਨ ਆਖਦਾ ਆ ਕਿ ਜਦੋਂ ਤੁਸੀਂ ਪਵਿੱਤਰ ਆਤਮਾ ਦਾ ਬਪਤਿਸਮਾ ਪ੍ਰਾਪਤ ਕਰਕੇ ਤੁਸੀਂ ਦੂਸਰੀਆਂ ਬੋਲੀਆਂ ਬੋਲਦੇ ਹੋ, ਤੁਹਾਡੀ ਰੂਹ ਐਡੀਫਾਈ ਹੁੰਦੀ ਆ, ਤੁਹਾਡੀ ਰੂਹਾਨੀ ਜ਼ਿੰਦਗੀ ਤਕੜੀ ਹੁੰਦੀ ਆ, ਗਰੋ ਹੁੰਦੀ ਆ। And when you get filled with the Holy Spirit and you start speaking in tongues, at that time your spirit gets edified, your spiritual life gets edified. ਹੁਣ ਸੋਚੋ ਧਿਆਨ ਨਾਲ, Just think about it. ਰੱਬ ਕਾਹਤੋਂ ਕੁਝ ਲੋਕਾਂ ਨੂੰ ਰੂਹ ਦੇ ਕੇ ਬੈਪਟਿਜ਼ਮਾ ਦੇ ਕੇ ਉਹਨਾਂ ਨੂੰ ਐਡੀਫਾਈ ਹੋਣ ਵਾਸਤੇ ਮਦਦ ਕਰੇਗਾ ਤੇ ਦੂਸਰਿਆਂ ਨੂੰ ਰੂਹ ਨਾ ਦੇਵੇਗਾ ਉਹ ਵੀ ਦੂਜੇ ਐਡੀਫਾਈ ਨਾ ਹੋ And ਸਕਣ। why would God give some people this spirit and give them the baptism of the Holy Spirit and that they would be edified, and will he not give it to others? Like, it doesn't make sense. Why not to all of them? ਪਰਮੇਸ਼ਰ ਚਾਹੇਗਾ ਕਿ ਸਾਰੇ ਹੀ ਐਡੀਫਾਈ ਹੋ ਸਕਣ ਰੂਹਾਨੀ ਤੌਰ ਤੇ, ਕਿ ਬੋਡੀ ਆਫ ਕ੍ਰਾਈਸਟ ਐਡੀਫਾਈ ਹੋ ਸਕੇ ਰੂਹਾਨੀ ਤੌਰ ਤੇ, ਹਰ ਇਨਸਾਨ ਰੂਹ ਦੇ ਵਿੱਚ ਤਰੱਕੀ ਕਰ ਸਕੇ। ਪਰਮੇਸ਼ਰ ਚਾਹੇਗਾ ਜੇ ਪਰਮੇਸ਼ਰ ਇਦਾਂ ਕਰਦਾ ਵੀ ਨਹੀਂ ਕੁਝ ਲੋਕ ਹੀ ਰੂਹ 'ਚ ਤਰੱਕੀ ਪ੍ਰਾਪਤ ਕਰ ਸਕਣ, ਦੂਜੇ ਰੂਹ 'ਚ ਤਰੱਕੀ ਪ੍ਰਾਪਤ ਨਾ ਕਰ ਸਕਣ, ਫਿਰ ਉਹ ਪਾਰਸ਼ੈਲਿਟੀ ਹੋ ਗਈ ਤੇ ਉਹ ਪਾਪ ਹੈ, ਉਹ ਗੁਨਾਹ ਹੈ, ਪੱਖਪਾਤ ਹੋ ਗਿਆ ਤੇ ਪਰਮੇਸ਼ਰ ਕਦੇ ਵੀ ਪੱਖਪਾਤ ਨਹੀਂ ਕਰਦਾ। ਸੋ ਇਹ ਤੋਂ ਜ਼ਾਹਿਰ ਹੁੰਦਾ ਹੈ ਪ੍ਰਭੂ ਦੇ ਵੱਲੋਂ ਕਿ ਪਰਮੇਸ਼ਰ ਚਾਹੁੰਦਾ ਹੈ ਕਿ ਸਾਰੇ ਹੀ ਰੂਹ ਦੇ ਨਾਲ ਭਰ ਜਾਣ, ਰੂਹ ਦਾ ਬਪਤਿਸਮਾ ਪ੍ਰਾਪਤ ਕਰ ਸਕਣ ਤੇ ਰੂਹ ਦੇ ਵਿੱਚ ਤਕੜੇ ਹੋ ਸਕਣ, ਐਡੀਫਾਈ ਹੋ ਸਕਣ ਤੇ ਰੂਹ ਦੇ ਵਿੱਚ ਰੱਬ ਦੇ ਨਾਲ ਚੱਲ ਸਕਣ ਪਵਿੱਤਰ ਆਤਮਾ ਕੇ ਸਾਥ ਸਾਥ। And God does not want some people to receive the baptism of Holy Spirit. He wants everyone to be edified with their spirits to be edified individually, everyone, and body of Christ, everyone in total, because he does not want some people to receive it and others to know, because he does not take sides. So he wants to bless everyone equally. ਹੁਣ ਜਦੋਂ ਪਵਿੱਤਰ ਆਤਮਾ ਕੇ ਸਾਥ ਚੱਲਣ ਦੀ ਗੱਲਬਾਤ ਹੋ ਰਹੀ ਹੈਗੀ ਆ, ਉੱਥੇ ਪਹਿਲਾ ਸਵਾਲ ਆ ਹੁੰਦਾ ਹੈ ਕਿ ਪਵਿੱਤਰ ਆਤਮਾ ਹੈ ਕੌਣ? And when we talk about walking with the Holy Spirit, so the first question is, who is the Holy Spirit? ਕਈ ਲੋਕ ਸੋਚਦੇ ਨੇ ਕਿ ਪਵਿੱਤਰ ਆਤਮਾ ਸਿਰਫ ਇੱਕ ਸ਼ਕਤੀ ਆ, ਪਵਿੱਤਰ ਆਤਮਾ ਕੋਈ ਪਾਵਰ ਆ, ਪਵਿੱਤਰ ਆਤਮਾ ਕੋਈ ਇੱਕ ਇਨਫਲੂਐਂਸ ਆ, ਕੋਈ ਇੱਕ ਮਿਸਟਿਕ ਚੀਜ਼ ਹੈਗੀ ਆ। ਨਹੀਂ, ਪਰਮੇਸ਼ਰ ਦਾ ਵਚਨ ਕਲੀਅਰਲੀ ਸਾਨੂੰ ਦੱਸਦਾ ਆ ਕਿ ਪਵਿੱਤਰ ਆਤਮਾ ਖੁਦ ਰੱਬ ਹੈ। And some people may think that the Holy Spirit is just a power or just like some special thing. No. The Holy Spirit is God himself. ਪਵਿੱਤਰ ਆਤਮਾ ਰੱਬ ਖੁਦ ਤੁਹਾਡੇ ਨਾਲ ਚੱਲਣਾ ਚਾਹੁੰਦਾ ਆ। ਪਵਿੱਤਰ ਆਤਮਾ ਕੇ ਸਾਥ ਦੀ ਜਦੋਂ ਗੱਲ ਹੁੰਦੀ ਆ ਉਦੋਂ ਰੱਬ ਦੇ ਨਾਲ ਦੀ ਗੱਲ ਹੁੰਦੀ ਆ। And when we talk about walking with the Holy Spirit, that means walking with God himself. God wants to walk with you. When we talk about God walking with us, it's the Holy Spirit walking with us. ਹੁਣ ਕੋਈ ਵੀ ਤਰੀਕਾ ਨਹੀਂ ਆ ਕਿ ਇਨਸਾਨ ਪਵਿੱਤਰ ਆਤਮਾ ਨੂੰ ਸਵੀਕਾਰ ਕਰ ਸਕੇ। ਇੱਕੋ ਹੀ ਤਰੀਕਾ ਆ ਕਿ ਜੇ ਪਾਪਾਂ ਤੋਂ ਮਾਫੀ ਮੰਗ ਕੇ ਮੁਕਤੀ ਦਾਤਾ ਪ੍ਰਭੂ ਯਿਸੂ ਮਸੀਹ 'ਚ ਵਿਸ਼ਵਾਸ ਕਰਕੇ ਆਪਣਾ ਦਿਲ ਖੋਲ ਕੇ ਉਹਨੂੰ ਆਪਣੇ ਦਿਲ ਵਿੱਚ ਸੱਦਿਆ ਜਾਵੇ, ਤਦ ਪਵਿੱਤਰ ਆਤਮਾ ਦਾ ਦਾਨ ਪ੍ਰਾਪਤ ਕੀਤਾ ਜਾ ਸਕਦਾ। And there is no other way to receive the Holy Spirit, but one way, that we have to open our heart to Lord Jesus and ask for forgiveness from our sins and accept Lord Jesus as our Savior, and that's when the Holy Spirit comes in us.
ਪਵਿੱਤਰ ਆਤਮਾ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਵੀ ਕੋਈ ਏਲੀਅਨਸ ਆ, ਕੋਈ ਹੋਰ ਦੂਸਰੀ ਧਰਤੀ ਦਾ ਕੋਈ ਇਨਸਾਨ ਹੋਵੇ ਜਾਂ ਕੋਈ ਜਾਣਾ ਹੋਵੇ ਕੋਈ ਜਾਂ ਕੋਈ ਪਰਸਨ ਹੋਵੇ। ਪਵਿੱਤਰ ਆਤਮਾ ਬਿਲਕੁਲ ਉਸ ਤਰ੍ਹਾਂ ਆ ਜਿਸ ਤਰ੍ਹਾਂ ਤੁਸੀਂ ਹੋ ਤੇ ਮੈਂ ਹਾਂ, ਕਿਉਂਕਿ ਰੱਬ ਨੇ ਸਾਨੂੰ ਆਪਣੇ ਸਵਰੂਪ 'ਚ ਬਣਾਇਆ ਸੀਗਾ। ਸੋ ਆਪਾਂ ਬਿਲਕੁਲ ਪਵਿੱਤਰ ਆਤਮਾ ਦੇ ਸਵਰੂਪ ਦੇ ਵਿੱਚ ਬਣਾਏ ਗਏ ਆ। ਸੋ ਜਿਸ ਤਰ੍ਹਾਂ ਆਪਾਂ ਆ ਉਦਾਂ ਹੀ ਪਵਿੱਤਰ ਆਤਮਾ ਆ, ਤੇ ਤੁਸੀਂ ਪਵਿੱਤਰ ਆਤਮਾ ਦੇ ਨਾਲ ਸੰਗਤੀ ਕਰ ਸਕੋਗੇ ਤੇ ਤੁਸੀਂ ਪਵਿੱਤਰ ਆਤਮਾ ਕੇ ਸਾਥ ਚੱਲ ਸਕੋਗੇ। And the Holy Spirit is not like a out of the world thing, like in a way that is an alien or anything. No, Holy Spirit is just like you and just like me, because God had made us in His image. So that's why the Holy Spirit is just like you and me. ਹੁਣ ਪਵਿੱਤਰ ਆਤਮਾ ਇੱਕ ਰੱਬ ਹੈ, ਆਪਾਂ ਦੇਖਿਆ ਤੇ ਵਚਨ ਰੱਖਦਾ ਹੈ ਕਿ ਪਵਿੱਤਰ ਆਤਮਾ ਇੱਕ ਪਰਸਨ ਵੀ ਹੈ, ਇੱਕ ਜਾਣਾ ਵੀ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਐਕਸਪਲੇਨ ਕੀਤਾ, ਕਲੀਅਰ ਕੀਤਾ। And as we see that the Holy Spirit is God, then Holy Spirit is also a person, as I just explained it to you. ਹੁਣ ਕਈ ਸਵਾਲ ਉਠਾਉਂਦੇ ਹੈਗੇ ਨੇ ਵੀ ਪਾਸਟਰ ਜੀ ਪਵਿੱਤਰ ਆਤਮਾ ਦੇ ਨਾਲ ਭਰਿਆ ਕਿੱਦਾਂ ਜਾ ਸਕਦਾ, ਜੇ ਉਹ ਇੱਕ ਪਰਸਨ ਆ ਉਹਦੇ ਨਾਲ ਭਰਿਆ ਕਿੱਦਾਂ ਜਾ ਸਕਦਾ। And I had people asking me that how can we be filled with the Holy Spirit if the Holy Spirit is a person? ਤੇ ਉਹਨੂੰ ਰਿਸੀਵ ਕਿੱਦਾਂ ਕੀਤਾ How ਜਾ can we ਸਕਦਾ। receive it in us? ਮੈਂ ਤੁਹਾਨੂੰ ਦੱਸਿਆ ਆ ਕਿ ਜਦੋਂ ਤੁਸੀਂ ਤੌਬਾ ਕਰਕੇ ਆਪਣਾ ਦਿਲ ਖੋਲ ਕੇ ਮੁਕਤੀਦਾਤਾ ਯਿਸੂ ਮਸੀਹ ਜੀ ਨੂੰ ਆਪਣੇ ਦਿਲ ਵਿੱਚ ਸੱਦ ਲੈਂਦੇ ਹੋ, ਬਖਸ਼ਣਹਾਰ ਮੰਗੂ, ਤਦ ਪਵਿੱਤਰ ਆਤਮਾ ਤੁਹਾਨੂੰ ਦਾਨ ਦੇ ਵਿੱਚ ਦਿੱਤਾ ਜਾਂਦਾ ਹੈ। And I have told you, when you open your heart to Lord Jesus and ask Him to come into your heart as a savior of your life and ask for forgiveness of all your sins, at that time Holy Spirit is given to you as a gift. ਸੋ ਤੁਹਾਡੀ ਰੂਹ ਮਰੀ ਹੋਈ ਸੀਗੀ ਆਦਮ ਤੇ ਹਵਾ ਦੇ ਪਾਪ ਕਾਰਨ। Your spirit was dead from the time of Adam and Eve's sin. ਹੁਣ ਤੁਹਾਡੀ ਰੂਹ ਦੇ ਵਿੱਚ ਜਦੋਂ ਪਵਿੱਤਰ ਆਤਮਾ ਉਤਰਦਾ ਹੈ, ਤੁਹਾਡੀ ਰੂਹ ਜ਼ਿੰਦਾ ਹੋ And ਜਾਂਦੀ when ਹੈ। the Holy Spirit comes in your spirit gets alive again. ਹੁਣ ਤੁਹਾਡੀ ਰੂਹ ਦੇ ਵਿੱਚ ਪਵਿੱਤਰ ਆਤਮਾ ਦਾ ਜਿਹੜਾ ਪਰਸਨ ਹੈ ਉਹ ਆ ਕੇ ਬਾਸ And ਕਰਦਾ the ਹੈ। Holy Spirit's person of a Holy Spirit comes and abides in you. ਹੁਣ ਪਵਿੱਤਰ ਆਤਮਾ ਦੀ ਜਿਹੜੀ ਹਜ਼ੂਰੀ ਹੈ, ਜਿਹੜੀ ਤੁਹਾਡੇ ਵਿੱਚ ਬਸਦੀ ਆ, ਉਹ ਦਿਨੋਂ ਦਿਨ ਤੁਹਾਡੇ ਵਿੱਚ ਵਧਣੀ ਸ਼ੁਰੂ ਹੋ ਜਾਂਦੀ ਆ ਤੇ ਹੌਲੀ ਹੌਲੀ ਕਰਕੇ ਤੁਹਾਡੀ ਜ਼ਿੰਦਗੀ ਨੂੰ ਪਰਮੇਸ਼ਰ ਆਪਣੇ ਕਬਜ਼ੇ ਵਿੱਚ ਲੈਣਾ ਸ਼ੁਰੂ ਕਰ ਦਿੰਦਾ ਹੈ ਤੇ ਤੁਸੀਂ ਸਰੈਂਡਰ ਕਰਨਾ ਸ਼ੁਰੂ ਕਰ ਦਿੰਦੇ And ਹੋ। slowly, when the Holy Spirit comes in you, slowly, the Holy Spirit starts increasing. The blessings of the Holy Spirit start increasing. It gets a time that you are completely filled and saturated by the presence of the Holy Spirit. ਹੁਣ ਦੋ ਚੀਜ਼ਾਂ ਕਰਨੀਆਂ ਨੇ। Now, there are two things that we need to do. ਇੱਕ ਤਾਂ ਬੜੇ ਧੀਰਜ ਨਾਲ ਵੇਟ ਕਰਨਾ ਹੈ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਦਿਨ ਰਾਤ। ਦੂਸਰਾ ਪ੍ਰਭੂ ਦਾ ਵਚਨ ਜਿਹੜਾ ਹੈਗਾ ਬੜੀ ਭੁੱਖ ਪਿਆਸ ਨਾਲ ਪੜ੍ਹਨਾ ਹੈ। ਸੋ ਇਹ ਦੋਨੋਂ ਚੀਜ਼ਾਂ ਕਰਨ ਦੇ ਨਾਲ ਹੌਲੀ ਹੌਲੀ ਕਰਕੇ ਤੁਹਾਡੀ ਜ਼ਿੰਦਗੀ ਰੱਬ ਦੀ ਹਜ਼ੂਰੀ ਨਾਲ ਭਰੀ ਜਾਏਗੀ ਤੇ ਇੱਕ ਦਿਨ ਤੁਸੀਂ ਰੱਬ ਦੀ ਰੂਹ ਨਾਲ ਭਰ ਜਾਓਗੇ, ਤੁਹਾਨੂੰ ਰੂਹ ਦਾ ਬਪਤਿਸਮਾ ਮਿਲ ਜਾਏਗਾ। And there are two things to do. One is with patience, we have to wait for it. And second thing, with hunger and thirsty hearts, we have to read the Word of God, and patiently wait. And there will be a day that your spirit will be filled with the Spirit of God. ਹੁਣ ਉਸ ਸਮੇਂ ਜਦੋਂ ਤੁਸੀਂ ਰੱਬ ਦੀ ਰੂਹ ਨਾਲ ਭਰ ਜਾਂਦੇ ਹੋ, That time when you are filled with the Spirit of God, ਤੁਹਾਡੇ ਵਿੱਚੋਂ ਦੂਸਰੀਆਂ ਬੋਲੀਆਂ ਨਿਕਲਣੀਆਂ ਸ਼ੁਰੂ ਹੋ and you start speaking in tongues. ਕਿਉਂਕਿ ਰੂਹ ਦੇ ਵਿੱਚ ਉਸ ਰੂਹਾਨੀ ਬੱਚੇ ਦਾ ਜਨਮ ਹੋ ਗਿਆ ਹੈ। ਹੁਣ ਉਹ ਆਪਣੀ ਤੋਤਲੀ ਜ਼ੁਬਾਨ ਦੇ ਵਿੱਚ ਰੂਹਾਨੀ ਭਾਸ਼ਾ ਬੋਲਣਾ ਸ਼ੁਰੂ ਕਰ And ਦਿੰਦਾ now in the Spirit, that new baby is born and he starts speaking whatever comes in his mouth. ਯਾਦ ਰੱਖੋ, ਜਦੋਂ ਤੁਸੀਂ ਯਿਸੂ ਮਸੀਹ ਜੀ ਨੂੰ ਸਵੀਕਾਰ ਕਰਦੇ ਹੋ ਉਦੋਂ ਰੂਹ ਦਾ ਜਨਮ ਹੋ And ਜਾਂਦਾ ਹੈ, remember, ਲੇਕਿਨ ਜਦੋਂ ਤੁਸੀਂ ਰੂਹ ਦੇ ਨਾਲ ਭਰ ਜਾਂਦੇ ਹੋ ਉਦੋਂ ਤੁਸੀਂ ਦੂਸਰੀਆਂ ਬੋਲੀਆਂ and ਬੋਲਣ ਲੱਗ remember, ਜਾਂਦੇ ਹੋ। at the time you accept Lord Jesus, at that time the Holy Spirit is in you. But when you are filled with the Holy Spirit, at that time you start speaking in tongues. ਹੁਣ ਤੁਹਾਡੇ ਸਰੀਰ ਜਿਹੜੇ ਨੇ ਉਹ ਪਵਿੱਤਰ ਆਤਮਾ ਦੇ ਮੰਦਰ ਬਣ ਜਾਂਦੇ ਨੇ ਤੇ ਪਰਮੇਸ਼ਰ ਦਾ ਰੂਹ ਤੁਹਾਡੇ ਵਿੱਚ ਬਸਣਾ ਸ਼ੁਰੂ ਕਰ And now your bodies become the temple of God Himself, and the Spirit of God starts abiding in it. ਹੁਣ ਕਾਫੀ ਭੈਣ ਭਰਾ ਜਿਹੜੇ ਨੇ ਥੋੜਾ ਜਿਹਾ ਕੰਫਿਊਜ਼ ਹੋ ਜਾਂਦੇ ਹੈਗੇ ਨੇ ਦੂਸਰੀਆਂ ਬੋਲੀਆਂ ਬੋਲਣ ਦੇ ਕਾਰਨ ਨਾਮ ਦੇ ਉੱਤੇ। And some brothers and sisters, they get little confused when it comes to speaking in tongues.
ਜਦੋਂ ਤੁਸੀਂ ਰੱਬ ਦੀ ਰੂਹ ਨਾਲ ਭਰ ਜਾਂਦੇ ਹੋ ਤੁਹਾਨੂੰ ਪਵਿੱਤਰ ਆਤਮਾ ਦੀਆਂ ਬੋਲੀਆਂ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਤੁਹਾਨੂੰ ਐਡੀਫਾਈ ਕਰਦੀਆਂ ਨੇ ਲੇਕਿਨ ਉਸ ਤੋਂ ਬਾਅਦ ਗਾਹਾਂ ਜਾ ਕੇ ਪਵਿੱਤਰ ਆਤਮਾ ਤੁਹਾਨੂੰ ਗਿਫਟ ਵੀ ਦਿੰਦਾ ਆ ਉਹਨਾਂ ਗਿਫਟਾਂ ਦੇ ਵਿੱਚ ਵੀ ਇੱਕ ਗਿਫਟ ਹੈ ਜਿਹੜਾ ਦੂਸਰੀਆਂ ਬੋਲੀਆਂ ਦਾ ਗਿਫਟ ਹੈ ਜਿਹਦੇ ਨਾਲ ਰੱਬ ਦਾ ਇੱਕ ਸੁਨੇਹਾ ਸਾਰੇ ਲੋਕਾਂ ਵਾਸਤੇ ਆਉਂਦਾ ਆ ਕਈ ਲੋਕ ਇਹਨਾਂ ਦੋਨਾਂ ਚੀਜ਼ਾਂ 'ਚ ਕਨਫਿਊਜ਼ ਹੋ ਜਾਂਦੇ ਨੇ ਤੇ ਆਪਣੇ ਆਪ ਵਾਸਤੇ ਰੱਬ ਦੀ ਭਰਪੂਰੀ ਨਹੀਂ ਪਾਉਂਦੇ And sometimes, yes, when there's a one time is when you are start speaking in tongues, but once you receive that, later on you also receive the gifts of the Holy Spirit. In those gifts, there is a gift also of speaking in tongues, which is in edification for others as well. At that time, they get confused, so they just kind of stop there and they don't get fully edified with it then. ਹੁਣ ਦੇਖੋ ਪਵਿੱਤਰ ਆਤਮਾ ਦਾ ਬਪਤਿਸਮਾ ਜਦੋਂ ਮਿਲਦਾ ਆ ਉਦੋਂ ਬੰਦਾ ਦੂਸਰੀਆਂ ਬੋਲੀਆਂ ਬੋਲਦਾ ਆ ਤੇ ਉਹ ਬੋਲੀਆਂ ਉਹਨੂੰ ਐਡੀਫਾਈ And ਕਰਦੀਆਂ when the person received the baptism of the Holy Spirit, they receive the speaking of tongues at the time, baptism of the Holy Spirit, and then those tongues, they edify him. ਜਦੋਂ ਗਿਫਟਸ ਮਿਲਦੇ ਨੇ ਪਵਿੱਤਰ ਆਤਮਾ ਦੇ ਉਹਦੇ ਵਿੱਚ ਆ ਗਿਆ ਗਿਫਟ ਆਫ ਸਪੀਕਿੰਗ ਇਨ ਟੰਗਸ ਜਾਂ ਗਿਫਟ ਆਫ ਹੀਲਿੰਗ ਗਿਫਟ ਆਫ ਮਿਰੇਕਲ ਗਿਫਟ ਆਫ ਸਾਈਨਸ ਐਂਡ ਵੰਡਰ ਇਸ ਸਾਰੇ ਗਿਫਟ ਨੇ ਉਹ ਚਰਚ ਨੂੰ ਐਡੀਫਾਈ ਕਰਦੇ ਨੇ ਇਹ ਪਵਿੱਤਰ ਆਤਮਾ ਦੇ ਗਿਫਟ ਨੇ ਲੇਕਿਨ ਇਹਦੇ ਵਿੱਚ ਵੀ ਉਹ ਦੂਸਰੀਆਂ ਬੋਲੀਆਂ ਬੋਲਣ ਦਾ ਆਉਂਦਾ ਆ ਸੋ ਪ੍ਰਭੂ ਦੇ ਭੈਣੋ ਇਹ ਬੋਲੀਆਂ ਜਿਹੜੀਆਂ ਨੇ ਉਹ ਸਭ ਨੂੰ ਨਹੀਂ ਮਿਲਦੀਆਂ ਵੱਖਰੇ ਵੱਖਰੇ ਗਿਫਟ ਵੱਖਰੇ ਵੱਖਰੇ ਲੋਕਾਂ ਨੂੰ ਮਿਲਦੇ ਨੇ ਲੇਕਿਨ ਜਿਹੜੀਆਂ ਆਹ ਬੋਲੀਆਂ ਨੇ ਪਵਿੱਤਰ ਆਤਮਾ ਦੇ ਬਪਤਿਸਮੇ ਦੀਆਂ ਬੋਲੀਆਂ ਨੇ ਇਹ ਸਾਰੇ ਚਰਚ ਵਾਸਤੇ ਨੇ 120 ਨੂੰ ਮਿਲ ਗਿਆ ਸੀ ਤੇ ਸਾਰੇ ਤਾਂ ਕਿ ਐਡੀਫਾਈ ਹੋ ਸਕਣ And at the time, we see when we receive the gifts, there's a speaking in tongues and there are whole other gifts that we receive. So we don't, those gifts those are not for given to everyone. Those are given to some individuals. But the gift of speaking in tongues, when you receive the baptism of the Holy Spirit, that is for everyone. All 120 people that they were there at the day of Pentecost, they received it. ਤੁਹਾਡਾ ਸਰੀਰ ਹੁਣ ਮੰਦਰ ਬਣ ਚੁੱਕਿਆ ਹੈ ਤੇ ਪਵਿੱਤਰ ਆਤਮਾ ਤੁਹਾਡੇ ਵਿੱਚ And your body is now the temple of the Holy Spirit, and the Holy Spirit abides in you. ਹੁਣ ਪ੍ਰਭੂ ਦੇ ਪਿਆਰਿਓ ਪਰਮੇਸ਼ਰ ਇੱਥੇ ਇੱਕ ਹੋਰ ਸਵਾਲ ਖੜਾ ਹੁੰਦਾ ਆ ਉਹ ਸਵਾਲ ਇਹ ਹੈ ਕਿ ਅਸੀਂ ਪਵਿੱਤਰ ਆਤਮਾ ਨੂੰ ਜੋ ਰੱਬ ਹੈ ਵਰਸ਼ਿਪ ਕਰ ਸਕਦੇ And now there's another question. Holy Spirit, that is God, can we worship the Holy Spirit? ਇੱਕ ਸਵਾਲ ਨਾਲ ਇਹ ਵੀ ਖੜਾ ਹੁੰਦਾ ਆ ਕਿ ਕੀ ਅਸੀਂ ਪਵਿੱਤਰ ਆਤਮਾ ਨੂੰ ਦੁਆ ਕਰ ਸਕਦੇ ਹਾਂ And there's another question that also gets raised, that can we pray to the Holy Spirit? ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ ਆ ਕਿ ਜਦੋਂ ਦੁਆ ਕਰਨੀ ਆ ਪਿਤਾ ਪਰਮੇਸ਼ਰ ਨੂੰ ਦੁਆ ਕਰਨੀ ਆ ਤੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਦੁਆ ਕਰਨੀ ਆ ਪ੍ਰਭੂ ਨੇ ਇਹ ਵੀ ਆਖਿਆ ਸੀ ਜੇ ਤੁਸੀਂ ਮੇਰੇ ਤੋਂ ਕੁਝ ਮੰਗੋਗੇ ਮੇਰੇ ਨਾਮ ਦੇ ਵਿੱਚ ਮੈਂ ਪੂਰਾ ਕਰਾਂਗਾ And the word of God teaches us that we have to pray to the Father and pray in the name of Jesus. And Father said, whenever you ask me anything, I will fulfill it. ਪ੍ਰਭੂ ਯਿਸੂ ਨੇ ਕਦੇ ਵੀ ਸਾਨੂੰ ਨਹੀਂ ਕਿਹਾ ਸੀ ਕਿ ਪਵਿੱਤਰ ਆਤਮਾ ਨਾਲ ਤੁਸੀਂ ਦੁਆ ਕਰੋ ਕਦੇ ਨਹੀਂ ਆਖਿਆ ਸੀਗਾ ਲੇਕਿਨ ਪਰਮੇਸ਼ਰ ਨੇ ਇਹ ਸਿਖਾਇਆ ਸੀਗਾ ਉਹ ਤੁਹਾਡਾ ਮਦਦਗਾਰ ਹੋਵੇਗਾ ਉਹ ਤੁਹਾਡਾ ਸਹਾਇਕ ਹੋਵੇਗਾ ਉਹ ਤੁਹਾਡੀ ਮਦਦ ਕਰੇਗਾ ਪ੍ਰੇਅਰ ਕਰਨ ਦੇ ਵਾਸਤੇ ਉਹ ਤੁਹਾਡੀ ਮਦਦ ਕਰੇਗਾ ਤੇ ਆਖਾਂ ਕਿ ਆਪਾਂ ਸਾਰੀ ਮਹਿਮਾ ਪ੍ਰਭੂ ਯਿਸੂ ਨੂੰ ਦੇ ਸਕੀਏ ਸਾਰੀ ਮਹਿਮਾ ਪਿਤਾ ਪਰਮੇਸ਼ਰ ਨੂੰ ਦੇ ਸਕੀਏ ਉਹਨੂੰ ਸਾਰੀ ਵਡਿਆਈ ਦੇ ਸਕੀਏ And Lord Jesus taught us that he never taught us that to pray to the Holy Spirit. We always pray to God and in the name of Jesus. So whatever happens, we give all the glory to Lord Jesus. But the Holy Spirit has come to help us. He's our helper. ਹੁਣ ਪ੍ਰਭੂ ਦੇ ਪਿਆਰਿਓ ਯਾਦ ਰੱਖੋ ਤੁਸੀਂ ਇਹ ਗੱਲ ਕਿ ਵਚਨ ਇਹ ਵੀ ਦੱਸਦਾ ਹੈ ਕਿ ਪਵਿੱਤਰ ਆਤਮਾ ਦੇ ਨਾਲ ਆਪਣੀ ਸੰਗਤੀ ਲਗਾਤਾਰ ਬੜੀ And remember, brothers and sisters, the Word of God also teaches us that we have to have the fellowship with the Holy Spirit continuously. ਜਦੋਂ ਪਵਿੱਤਰ ਆਤਮਾ ਕੇ ਸਾਥ ਆਪਾਂ ਤੁਰਨਾ ਹੈ ਉਦੋਂ ਪ੍ਰਭੂ ਦੇ ਪਿਆਰਿਓ ਉਹਦੇ ਨਾਲ ਗੱਲਬਾਤ ਵੀ ਕਰਨੀ ਹੈ ਉਹਦੇ ਨਾਲ ਫੈਲੋਸ਼ਿਪ ਕਰਨੀ ਹੈ ਉਹਦੇ ਨਾਲ ਕਮਿਊਨੀਅਨ ਬਣਾਈ ਰੱਖਣੀ ਹੈਗੀ ਆ ਤਾਂ ਹੀ ਆਪਾਂ ਕਹਿ ਸਕਦੇ ਹਾਂ ਕਿ ਪਵਿੱਤਰ ਆਤਮਾ ਦੇ ਸਾਥ And when we receive the Holy Spirit, it's very important that we are continuously having the fellowship with the Holy Spirit. We are talking to the Holy Spirit. We are having the communion with the Holy Spirit. Then only we can say, yes, we are walking continuously with the Holy Spirit. Amen. ਹੁਣ ਪਰਮੇਸ਼ਰ ਦਾ ਵਚਨ ਬਾਰ-ਬਾਰ ਆਪਾਂ ਨੂੰ ਸਿਖਾਉਂਦਾ ਹੈ ਕਿ ਪਵਿੱਤਰ ਆਤਮਾ ਨੂੰ ਕਈ ਵਾਰ ਉਹਦਾ ਸਿੰਬਲ ਇੱਕ ਕਬੂਤਰ ਵਾਂਗੂ ਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਹੈ ਜਾਨੀ ਕਿ ਉਹ ਬਹੁਤ ਕਹਿ ਲਓ ਕਿ ਸੈਂਸਿਟਿਵ ਹੈ ਉਹ ਬਹੁਤ ਹੀ ਉਹਦੀ ਸੈਂਸਿਟਿਵਨੈਸ ਜਿਹੜੀ ਆ ਉਹ ਸਿਖਾਉਂਦੀ ਆ ਕਿ ਕਿਸ ਤਰ੍ਹਾਂ ਆਪਾਂ ਹੰਬਲ ਬਣ ਕੇ ਪਰਮੇਸ਼ਰ ਦੇ
ਵਿੱਚ ਵਧਣਾ ਹੈ ਸੋ ਜਿਸ ਦੇ ਇਨਸਾਨ ਦੇ ਵਿੱਚ ਪਵਿੱਤਰ ਆਤਮਾ ਆ ਜਾਏਗਾ ਸਭ ਤੋਂ ਪਹਿਲੀ ਨਿਸ਼ਾਨੀ ਜਿਹੜੀ ਉਹਦੇ ਵਿੱਚ ਆਂਦੀ ਆ ਉਹ ਹੈ ਕਿ ਉਹ ਹੰਬਲ ਬਣ ਕੇ ਝੁਕ ਕੇ ਅੱਗੇ ਵਧਦਾ ਹੈ ਪਰਮੇਸ਼ਰ ਦੇ ਕੰਮਾਂ And we have known that the Holy Spirit is also represented as a symbol of dove. So dove is like so sensitive, so humble. So when the person receives the Lord Jesus and has the Holy Spirit in them, the first thing we will notice that they will become humble. We will see that humbleness in them. ਹੁਣ ਪਰਮੇਸ਼ਰ ਦਾ ਵਚਨ ਆਖਿਆ ਕਹਿੰਦਾ ਵੀ ਉਹ ਤੁਹਾਡਾ ਸਹਾਇਕ ਹੋਵੇਗਾ ਉਹ ਤੁਹਾਡਾ ਮਦਦਗਾਰ ਹੋਵੇਗਾ ਤੇ ਇੱਕ ਵਰਡ ਵਿੱਚ ਆਉਂਦਾ ਪੈਰਾਕਲੇਟ ਦਾ ਵਰਡ ਆਉਂਦਾ ਆ ਯਾਨੀ ਕਿ ਉਹ ਜਿਹੜਾ ਤੁਹਾਡੇ ਨਾਲ ਖੜ ਜਾਂਦਾ ਆ ਤੁਹਾਡੀ ਮਦਦ ਕਰਨ ਦੇ ਵਾਸਤੇ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਪਵਿੱਤਰ ਆਤਮਾ ਤੁਹਾਡੀਆਂ ਸਾਰੀਆਂ ਕਮਜ਼ੋਰੀਆਂ 'ਚ ਤੁਹਾਡੀ ਮਦਦ ਕਰਦਾ ਆ ਉਹ ਤੁਹਾਡੇ ਪਾਪਾਂ ਦੇ ਵਿੱਚ ਤੁਹਾਡੀ ਮਦਦ ਕਰਦਾ ਹੈ ਤਾਂ ਕਿ ਤੁਸੀਂ ਤਕੜੇ ਹੋ ਸਕੋ ਉਹਨਾਂ ਏਰੀਆਜ਼ ਦੇ ਵਿੱਚ ਤੇ ਪਰਮੇਸ਼ਰ ਦੀ ਪਵਿੱਤਰ ਆਤਮਾ ਦਾ ਜੋ ਰੂਹ ਹੈਗਾ ਆ ਉਹ ਤੁਹਾਡੇ ਵਿੱਚ ਲਗਾਤਾਰ ਵੱਧਦਾ ਜਾਂਦਾ ਆ ਤਾਂ ਕਿ ਪਰਮੇਸ਼ਰ ਦੀ ਵਡਿਆਈ ਹੋ ਸਕੇ And there's another thing that we know that the Holy Spirit is our helper. And that means that He stands with us. Whatever we are weak, He stands with us. He helps us in our weaknesses, in our sins. He helps us and He helps us when we fall down. He lifts us up again. And then slowly we start getting strong again with the help of the Holy Spirit. ਹੁਣ ਕਈ ਸਵਾਲ ਕਰਦੇ ਨੇ ਕਿ ਪਾਸਟਰ ਜੀ ਫਿਰ ਸਾਨੂੰ ਪਵਿੱਤਰ ਆਤਮਾ ਦੀ ਲੀਡਿੰਗ ਜਾਂ ਪਵਿੱਤਰ ਆਤਮਾ ਦੀ ਗਾਈਡੈਂਸ ਕਿਸ ਤਰ੍ਹਾਂ ਮਿਲੇਗੀ ਤੇ ਕਿਸ ਤਰ੍ਹਾਂ ਪਵਿੱਤਰ ਆਤਮਾ ਪਾਕ ਨੂੰ ਸਾਨੂੰ ਗਾਈਡ ਕਰ And some ਸਕਦਾ ਹੈ people ask, like, Pastor Ji, then how the Holy Spirit can guide us or lead us? How do we know that? ਹੁਣ ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ ਆ ਜਿਉਂ-ਜਿਉਂ ਆਪਾਂ ਪਰਮੇਸ਼ਰ ਦੇ ਵਚਨ ਦੀ ਗਹਿਰਾਈ 'ਚ ਜਾਂਦੇ ਆ ਤੇ ਜਿਉਂ-ਜਿਉਂ ਆਪਾਂ ਰੂਹ ਦੀ ਪ੍ਰੇਰ ਦੇ ਵਿੱਚ ਜਾਂਦੇ ਆ ਤਿਉਂ ਪ੍ਰਭੂ ਤੇ ਪੈਣੋਂ ਆਪਣੇ ਰੂਹਾਨੀ ਕੰਨ ਜਿਹੜੇ ਉਹ ਖੁੱਲ ਜਾਂਦੇ ਨੇ ਤਰਸ ਜਾਂਦੇ ਨੇ ਤਾਂ ਕਿ ਆਪਾਂ ਪਵਿੱਤਰ ਆਤਮਾ ਦੀ ਆਵਾਜ਼ ਲਗਾਤਾਰ ਸੁਣ ਸਕੀਏ ਤੇ ਪਵਿੱਤਰ ਆਤਮਾ ਆਪਾਂ ਨੂੰ ਲੀਡ ਕਰਨ ਲੱਗ ਜਾਂਦਾ ਗਾਈਡ ਕਰਨ ਲੱਗ ਜਾਂਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਕਿ ਆਪਾਂ ਆਪਣੀ ਜ਼ਿੰਦਗੀ ਉਹਦੇ ਮੁਤਾਬਿਕ ਬਤੀਤ ਕਰ ਸਕੀਏ And as we go in the depth of the Word of God, in depth of the Spirit, in praying in Spirit, our ears, they start to be prepared to be hearing the voice of the Holy Spirit. And when we hear the voice, and then through that voice we get guided to see what is next to do. ਹਾਲੇਲੂਇਆ ਹੁਣ ਇਹਦੇ ਨਾਲ ਹੀ ਇੱਕ ਹੋਰ ਸਵਾਲ ਉਠਾਉਂਦੇ ਨੇ ਕਈ ਭੈਣ ਭਰਾ ਕਿ ਕਹਿੰਦੇ ਨੇ ਪਾਸਟਰ ਜੀ ਅਸੀਂ ਪਵਿੱਤਰ ਆਤਮਾ ਦੀ ਹਜ਼ੂਰੀ ਮਹਿਸੂਸ ਨਹੀਂ ਕਰਦੇ And some people also have this next question they ask, that we don't feel the presence of the Holy Spirit. ਪਹਿਲਾਂ ਅਸੀਂ ਪਵਿੱਤਰ ਆਤਮਾ ਦੀ ਹਜ਼ੂਰੀ ਮਹਿਸੂਸ ਕਰਦੇ ਹੁੰਦੇ ਸੀਗੇ ਲੇਕਿਨ ਹੁਣ ਅਸੀਂ ਰੱਬ ਦੀ ਪਵਿੱਤਰ ਆਤਮਾ ਦੀ ਹਜ਼ੂਰੀ ਮਹਿਸੂਸ ਨਹੀਂ And ਕਰਦੇ they used to say, they say, oh, before in the beginning we felt the presence of the Holy Spirit or presence of God a lot, but now we don't really feel it. ਹੁਣ ਪ੍ਰਭੂ ਦੇ ਇਹਦੇ ਦੋ ਕਾਰਨ ਹੋ ਸਕਦੇ ਨੇ ਕਿ ਤੁਸੀਂ ਪਵਿੱਤਰ ਆਤਮਾ ਦੀ ਹਜ਼ੂਰੀ ਮਹਿਸੂਸ ਨਹੀਂ And there ਕਰਦੇ could be two reasons that you are not feeling the presence of the Holy Spirit. ਮੈਂ ਤੁਹਾਨੂੰ ਦੱਸਾਂਗਾ ਇੱਕ ਤਰੀਕਾ ਕਿ ਜੇ ਤੁਸੀਂ ਆਪਣੇ ਆਪ ਨੂੰ ਰੂਹਾਨੀ ਤੌਰ ਤੇ ਹੋਰ ਸੈਂਸਿਟਿਵ ਬਣਾ ਕੇ ਰੱਖੋ ਜਾਨੀ ਕਿ ਜੇ ਤੁਸੀਂ ਪ੍ਰਭੂ ਦੇ ਵਚਨਾਂ ਦੇ ਵਿੱਚ ਜ਼ਿਆਦਾ ਜਾਵੋ ਜੇ ਤੁਸੀਂ ਰੂਹ ਦੀ ਪ੍ਰੇਅਰ ਦੇ ਵਿੱਚ ਜ਼ਿਆਦਾ ਜਾਵੋ ਤੇ ਤੁਹਾਡੀ ਰੂਹਾਨੀ ਜ਼ਿੰਦਗੀ ਸੈਂਸਿਟਿਵ ਬਣ ਜਾਏਗੀ ਤੇ ਤੁਸੀਂ ਲਗਾਤਾਰ ਪ੍ਰਭੂ ਦੀ ਹਜ਼ੂਰੀ ਮਹਿਸੂਸ ਕਰਦੇ ਰਹੋਗੇ And I want to tell you one way is if you continuously to get in the depth of the word and speaking in tongues and praying in tongues, you will become so sensitive to the Spirit and continuously you will feel the presence of the Holy Spirit around you. ਲੇਕਿਨ ਪ੍ਰਭੂ ਦੇ ਪ੍ਰਭੂ ਦਾ ਵਚਨ ਆਪਾਂ ਨੂੰ ਇਹ ਵੀ ਸਿਖਾਉਂਦਾ ਆ ਕਿ ਇਟ ਇਜ਼ ਬਾਈ ਫੇਥ ਆਪਣਾ ਤੁਰਨਾ ਪ੍ਰਭੂ ਦੇ ਵਿੱਚ ਬਾਈ ਫੇਥ ਆ ਬਾਈ ਫੀਲਿੰਗ ਨਹੀਂ ਇਟਸ ਨਾਟ ਬਾਈ ਸਾਈਟ ਇਟਸ ਨਾਟ ਬਾਈ ਫੀਲਿੰਗ ਇਟਸ ਬਾਈ ਫੇਥ And the word of God also, brothers and sisters, teach us that it is by faith. It is not by feeling, either you feel it or not, but it's by faith we know that the Holy Spirit's with us. ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਦੇਖੋ ਵੀ ਜੇ ਤੁਸੀਂ ਰੱਬ ਦੀ ਹਜ਼ੂਰੀ ਨਾਲ ਭਰੇ ਹੋਏ ਹੋ ਟੁੰਨ ਹੋਏ ਹੋ ਤੁਹਾਨੂੰ ਨਸ਼ਾ ਚੜਿਆ ਰੱਬ ਦੀ ਰੂਹ ਦੇ ਨਾਲ ਤੁਸੀਂ ਕਹਿ ਲਓ ਕਿ ਰੂਹ ਦੇ ਵਿੱਚ ਛਾਪ ਮਾਰਦੇ ਹੋ ਤੇ ਤੁਸੀਂ ਪ੍ਰਭੂ ਦੀ ਜੈਕਾਰ ਕਰਦੇ ਹੋ ਪ੍ਰਭੂ ਦੇ ਮੈਨੂੰ ਇੰਨੇ ਨਸ਼ੇ ਚ ਰੂਹ ਦੀ ਨਸ਼ੇ ਤਾਂ ਕੋਈ ਵੀ ਪ੍ਰਭੂ ਨੂੰ ਫੋਲੋ ਕਰ ਲਏਗਾ ਲੇਕਿਨ ਜੇ ਪਰਮੇਸ਼ਰ ਦੀ ਹਜ਼ੂਰੀ ਤੁਸੀਂ ਮਹਿਸੂਸ ਨਾ ਕਰੋ ਫਿਰ ਰੱਬ ਦੇਖੇਗਾ ਵੀ ਹਾਂ ਹੁਣ ਤੁਸੀਂ ਤੁਰੋਗੇ ਉਹਦੇ ਚਰਨਾਂ ਦੇ ਵਿੱਚ ਉਹਦੇ ਰਾਸਤਿਆਂ ਦੇ ਵਿੱਚ ਜਾਂ ਨਹੀਂ And sometimes you feel so filled with the Holy Spirit. Yes, you feel blessed and you are feeling the presence of the Holy Spirit in and out and you are dancing around in His presence and doing all that. In that moment, anyone can say that, yes, I am feeling the presence of the Lord. But there are times that we are feeling low, we are feeling little down in a way, and then we're not feeling any presence
presence of, and that's the time when God wants to see that how much you are walking together with him, because it's by faith. God wants to see at that time, are you with him or not? ਹੁਣ ਦੋ ਤਰੀਕੇ ਨੇ ਕਿ ਪਵਿੱਤਰ ਆਤਮਾ ਦੀ ਹਜ਼ੂਰੀ ਤੁਸੀਂ ਮਹਿਸੂਸ ਨਹੀਂ ਕਰ ਰਹੇ, ਦੋ ਕਾਰਨ There are two ways. It could be there are two ways that why are you not feeling the presence of the Lord, of the Holy Spirit? ਪਹਿਲਾ ਕਾਰਨ ਇਹ ਹੋ ਸਕਦਾ ਆ ਕਿ ਤੁਹਾਡਾ ਦਿਲ ਜਿਹੜਾ ਆ ਬਹੁਤ ਸਖਤ ਹੋ ਗਿਆ ਹੈ ਦੁਨੀਆ ਦੀਆਂ ਚੀਜ਼ਾਂ ਤੋਂ ਤੇ ਪਾਪ ਤੋਂ। And one reason could be that your heart has gone very hard, very stubborn, either because of sin or because of this world. ਜਾਣੀ ਕਿ ਸਰੀਰਿਕ ਕਾਮਨਾਵਾਂ ਨੇ ਜਾਂ ਪਾਪ ਦੇ ਕੰਮਾਂ ਨੇ ਤੁਹਾਡੇ ਦਿਲ ਤੇ ਐਸੀ ਸੱਟ ਮਾਰੀ ਆ ਪਾਪ ਨੇ ਕਿ ਤੁਹਾਡਾ ਦਿਲ ਸਖਤ ਹੋ ਗਿਆ, ਤੁਸੀਂ ਸਖਤ ਬਣਾ ਲਿਆ ਆਪਣਾ। And that means that maybe due to fleshly desires or maybe sin, that you have made your heart you have enclosed yourself in it, and you have made your heart very, very hard, very harsh. ਜਾਣੀ ਕਿ ਜਦੋਂ ਕਿਹਾ ਨਾ ਕਿਸੇ ਨੇ ਪੱਥਰ ਕੇ ਸਨਮ, ਜਾਣੀ ਕਿ ਪੱਥਰ ਦਿਲ ਦਾ ਸਨਮ ਬਣ ਗਿਆ ਹੋ ਤੁਸੀਂ, ਜਾਣੀ ਕਿ ਪੱਥਰ ਦਿਲ ਬਣ ਗਿਆ ਤੁਸੀਂ। As somebody has said, so it is like you have become a heart of stone. ਲੇਕਿਨ ਪ੍ਰਭੂ ਦੇ ਪਹਿਲਾਂ ਇੱਕ ਆਹ ਕਾਰਨ ਹੋ ਸਕਦਾ ਹੈ, ਲੇਕਿਨ ਜੇ ਤੁਸੀਂ ਦੁਆਰਾ ਪ੍ਰਭੂ ਦੇ ਬਚਨਾਂ 'ਚ ਜਾਵੋ ਤੇ ਮਾਫੀ ਮੰਗੋ ਤੇ ਤੁਹਾਡਾ ਦਿਲ ਜਿਹੜਾ ਆ ਉਹ ਟੁੱਟੇਗਾ ਤੇ ਤੁਸੀਂ ਤੌਬਾ ਕਰਕੇ ਪ੍ਰਭੂ ਦੀ ਹਜ਼ੂਰੀ ਚਾਹੋਗੇ, ਦੁਬਾਰਾ ਫਿਰ ਰੂਹ ਦੀ ਸੈਂਸਿਟਿਵਨੈਸ ਵਾਪਸ ਆ ਜਾਏਗੀ ਤੇ ਦੁਬਾਰਾ ਫਿਰ ਤੁਸੀਂ ਰੱਬ ਦੀ ਹਜ਼ੂਰੀ ਮਹਿਸੂਸ ਕਰ ਸਕੋਗੇ ਤੇ ਉਹਦੀ ਗਾਈਡੈਂਸ ਮਹਿਸੂਸ ਕਰ ਸਕੋਗੇ ਤੁਹਾਡੀ ਜ਼ਿੰਦਗੀ। And brothers and sisters, if you again ask for forgiveness from the Lord, and God will forgive you, and again you will start reading the word of God and you start getting in his presence, and your heart will become sensitive to his voice again, and again you will start receiving those blessings that you received before. ਦੂਸਰਾ ਕਾਰਨ ਇਹ ਹੋ ਸਕਦਾ ਹੈ ਕਿ ਤੁਹਾਨੂੰ ਰੱਬ ਦੀ ਹਜ਼ੂਰੀ ਮਹਿਸੂਸ ਨਹੀਂ ਹੁੰਦੀ, ਜਾਣੀ ਕਿ ਤੁਸੀਂ ਇੰਨੇ ਯੂਜ਼ਡ ਟੂ ਹੋ ਗਏ ਹੋ ਰੱਬ ਦੀ ਹਜ਼ੂਰੀ ਦੇ, ਜਾਣੀ ਕਿ ਤੁਹਾਨੂੰ ਮਹਿਸੂਸ ਹੀ ਨਹੀਂ ਹੋ ਰਹੀ। And the second reason could be that you're not feeling the presence of the Holy Spirit. It's because you're so used to your system has immune to feeling the presence of the Holy Spirit all the time. Amen. ਜਾਣੀ ਕਿ ਪ੍ਰਭੂ ਦੇ ਪਹਿਲਾਂ ਜਿਸ ਤਰ੍ਹਾਂ ਕਹਿ ਲਓ ਕਿ ਜੇ ਤੁਸੀਂ ਕੋਈ ਜੋਕ ਸੁਣਾਇਆ ਕਿਸੇ ਨੂੰ ਤੇ ਸਾਰੇ ਹੱਸਣਗੇ, ਤੁਹਾਨੂੰ ਹਾਸਾ ਨਹੀਂ ਆਊਗਾ ਕਿਉਂਕਿ ਤੁਸੀਂ ਉਹ ਜੋਕ ਆਲਰੇਡੀ ਕਈ ਵਾਰ ਸੁਣ ਚੁੱਕੇ ਹੈਗੇ ਹੋ। For example, let's say if you're telling a joke to someone, everyone will laugh so much and you will not really laugh because you already know the joke. ਜਾਂ ਆਪਾਂ ਇੱਦਾਂ ਵੀ ਕਹਿ ਸਕਦੇ ਹੈਗੇ ਆ ਕਿ ਜੇ ਤੁਸੀਂ ਸਵੇਰੇ ਸਵੇਰੇ ਤਿਆਰ ਹੋ ਕੇ ਨਹਾ ਧੋ ਕੇ ਤੁਸੀਂ ਪਰਫਿਊਮ ਲਾ ਕੇ ਬਾਹਰ ਜਾਵੋ, ਜਦੋਂ ਤੁਸੀਂ ਪਰਫਿਊਮ ਲਾਉਂਦੇ ਹੋ ਤੁਹਾਨੂੰ ਨਾਈਸ ਸਮੈਲ ਆਉਂਦੀ ਆ, ਬੜੀ ਜ਼ਬਰਦਸਤ ਸਮੈਲ ਆਉਂਦੀ ਹੈ, ਲੇਕਿਨ ਤੁਸੀਂ ਬਾਹਰ ਜਾਂਦੇ ਹੋ ਬਸ 2-4 ਮਿੰਟ ਤੁਹਾਨੂੰ ਸਮੈਲ ਆਉਂਦੀ ਆ, ਫ੍ਰੈਗਰੈਂਸ ਦੀ ਖੁਸ਼ਬੂ ਆਉਂਦੀ ਆ, ਲੇਕਿਨ ਉਹ ਤੋਂ ਬਾਅਦ ਸਾਰਾ ਦਿਨ ਤੁਹਾਨੂੰ ਖੁਸ਼ਬੂ ਨਹੀਂ ਆਉਂਦੀ, ਲੇਕਿਨ ਦੂਜੇ ਸਾਰਿਆਂ ਨੂੰ ਖੁਸ਼ਬੂ ਆਉਂਦੀ ਆ। ਸਾਰੇ ਕਹਿੰਦੇ ਨੇ ਵਾਓ ਪਾਸਟਰ ਜੀ ਵੈਰੀ ਨਾਈਸ ਸਮੈਲ, ਵੰਡਰਫੁਲ ਪਰਫਿਊਮ, ਸਾਰੇ ਸੁੰਘਦੇ ਨੇ ਲੇਕਿਨ ਤੁਹਾਨੂੰ ਸਮੈਲ ਨਹੀਂ ਆਉਂਦੀ, ਸਾਨੂੰ ਸਿਰਫ 2 ਮਿੰਟ ਹੀ ਆਈ ਪਹਿਲਾਂ ਬਸ। Or we can give this example that in the morning when you shower and get ready and everything and you put some perfume on you, and when you go out for a couple of minutes, yes, you can smell that perfume so strongly on you, but when you go out to meet people and all that, and then at that time you cannot smell that perfume anymore on you, but when you meet with other people say, wow, beautiful fragrance, what perfume are you using, and they can smell it but you cannot smell it anymore. ਜਾਣੀ ਕਿ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਤੁਸੀਂ ਇੰਨੇ ਭਰ ਜਾਂਦੇ ਹੋ, ਇੰਨੇ ਮਗਨ ਹੋ ਜਾਂਦੇ ਹੋ, ਹੁਣ ਪ੍ਰਭੂ ਦੇ ਪੈਣੋਂ ਪਵਿੱਤਰ ਆਤਮਾ ਦੀ ਹਜ਼ੂਰੀ ਤੁਹਾਨੂੰ ਨਜ਼ਰ ਮਹਿਸੂਸ ਹੀ ਨਹੀਂ ਹੁੰਦੀ ਬਿਲਕੁਲ ਵੀ, ਦੂਸਰੇ ਮਹਿਸੂਸ ਕਰਦੇ ਨੇ, ਤੁਸੀਂ ਅੱਗੇ ਪ੍ਰੇ ਕਰਦੇ ਹੋ, ਤੁਸੀਂ ਅੱਗੇ ਵਰਸ਼ਿਪ ਕਰਦੇ ਹੋ, ਤੁਸੀਂ ਉਹਦੀ ਜੈਕਾਰ ਕਰਦੇ ਹੋ, ਤੁਹਾਨੂੰ ਕੁਝ ਮਹਿਸੂਸ ਨਹੀਂ ਹੁੰਦਾ, ਲੇਕਿਨ ਦੂਸਰੇ ਜਿਹੜੇ ਨੇ ਉਹ ਪਰਮੇਸ਼ਰ ਦੀ ਹਜ਼ੂਰੀ ਨਾਲ ਬਿਲਕੁਲ ਟੱਚ ਹੋ ਰਹੇ ਹੁੰਦੇ ਨੇ ਰੂਹ ਦੇ ਵਿੱਚ। And the same way that you are maybe so filled with the presence of the Lord, so filled with the presence of the Holy Spirit, and you are immune to it. Wherever you go, wherever you walk, you are filled with that. And when you're praying on other people, they are receiving that presence and they are feeling that presence all around you, and they do see it in you, but you cannot feel it or see it because you are immune to it. You are already very filled with it. ਜਾਂ ਜਿਨ੍ਹਾਂ ਨੂੰ ਪੀਣ ਦੀ ਆਦਤ ਹੁੰਦੀ ਆ, ਆਪਣੇ ਪਰਿਵਾਰਾਂ ਦੇ ਵਿੱਚ ਪਿੱਛੋਂ ਜਦੋਂ ਆਪਣੇ ਆ ਰਹੇ ਹੈਗੇ ਆ ਤੇ ਆਪਣੇ ਬਜ਼ੁਰਗਾਂ ਨੂੰ ਪੀਣ ਦੀ ਆਦਤ ਹੁੰਦੀ ਸੀ, ਲੇਕਿਨ ਉਹਨਾਂ ਨੂੰ ਐਸਾ ਐਕਸਪੀਰੀਅੰਸ ਸੀਗਾ ਪੀਣ ਦਾ, ਉਹ 1-2 ਬੋਤਲਾਂ ਪੀ ਵੀ ਲੈਂਦੇ ਸੀ ਲੇਕਿਨ ਉਹਨਾਂ ਨੂੰ ਕੁਝ ਵੀ ਨਹੀਂ ਹੁੰਦਾ ਸੀ, ਲੇਕਿਨ ਉਹਨਾਂ ਨੇ ਨਾਲ ਬੈਠ ਕੇ ਜਿਹੜੀ ਪੀਂਦੇ ਸੀ ਉਹ ਬਿਲਕੁਲ ਧਰਤੀ ਡਿੱਗੇ ਪਏ ਹੁੰਦੇ ਸੀਗੇ,
ਟੋਨੋ ਹੋ ਗਏ। ਯਾਨੀ ਕਿ ਬਿਲਕੁਲ ਉਸੇ ਤਰ੍ਹਾਂ ਪ੍ਰਭੂ ਦੇ ਬਣੋ, ਰੂਹ ਦੇ ਵਿੱਚ ਐਸੀ ਚੜ ਜੇ, ਰੂਹ 'ਚ ਐਸੀ ਪੀਵੋ, ਰੂਹ ਦੇ ਵਿੱਚ ਐਸੇ ਮਗਨ ਹੋ ਜਾਓ ਕਿ ਤੁਸੀਂ ਯੂਜ਼ਡ ਹੋ ਜਾਓ ਪ੍ਰਭੂ ਦੇ ਬਣੋ, ਤੁਹਾਡੀ ਜ਼ਿੰਦਗੀ ਰੂਹ ਦੇ ਵਿੱਚ ਬਣੀ ਰਹੇ, ਭਰੀ ਰਹੇ। ਲੇਕਿਨ ਜੇ ਤੁਸੀਂ ਕਿਸੇ ਦੇ ਨਾਲ ਬੈਠ ਕੇ ਪ੍ਰੇ ਕਰੋ, ਉਹ ਦੂਜਾ ਬੰਦਾ ਮਸਾ ਦੇ ਕਾਰਨ ਛੂਇਆ ਜਾਵੇ, ਟੱਚ ਹੋ ਜਾਵੇ, ਲੇਕਿਨ ਤੁਸੀਂ ਕਹੋ ਵਾਓ ਕੀ ਹੋ ਰਿਹਾ ਹੈ ਪ੍ਰਭੂ ਜੀ, ਮੈਂ ਤਾਂ ਬਹੁਤ तेरी हजूरी बहुत घट महसूस कर रहा है, लेकिन इस जगह ते तेरी आग छाई हुई है। And so what I'm trying to say is be so filled and almost like a drunk in the spirit, then when you go and pray for other person, the other person is receiving and feeling and miracles happening and healings happening, but you are saying, Lord, what's happening? I don't really feel the presence of the Lord, but because it's not in presence, because you're already there, others are receiving it and feeling it through you. ਹੁਣ ਪ੍ਰਭੂ ਦੇ ਪਿਆਰੋ, ਪ੍ਰਭੂ ਦਾ ਇੱਕ ਹੋਰ ਸਵਾਲ ਆਪਾਂ ਵਚਨ ਇੱਥੇ ਆਉਂਦਾ ਹੈ ਪਵਿੱਤਰ ਆਤਮਾ ਦਾ, ਕਿ ਅਸੀਂ ਪਵਿੱਤਰ ਆਤਮਾ ਦੇ ਨਾਲ ਕਿੱਦਾਂ ਤੁਰਨਾ ਆ, ਅਸੀਂ ਤੁਰਨਾ ਕਿਸ ਤਰ੍ਹਾਂ ਆ ਪਾਕ ਰੂਹ ਦੇ ਨਾਲ। And there's another question now, that how to walk with the Holy Spirit. ਔਰ ਪ੍ਰਭੂ ਦਾ ਵਚਨ ਆਪਾਂ ਨੂੰ ਦੱਸਦਾ ਹੈ ਕਿ ਪਵਿੱਤਰ ਆਤਮਾ ਦੇ ਫਲ ਜਿਹੜੇ ਨੇ ਉਹ ਪਿਆਰ ਹੈ। And the word of God teaches us that love is one of the fruits of the Holy Spirit. ਹੁਣ ਪਹਿਲੇ ਨੰਬਰ ਤੇ Number 1, ਤੁਸੀਂ ਪਵਿੱਤਰ ਆਤਮਾ ਦੇ ਪਿਆਰ 'ਚ ਚੱਲੋ। you have to walk in the love of the Holy Spirit. ਦੂਸਰੇ ਨੰਬਰ ਤੇ ਤੁਸੀਂ ਪ੍ਰਭੂ ਪਵਿੱਤਰ ਆਤਮਾ ਦੀ ਹਜ਼ੂਰੀ 'ਚ Number ਚੱਲੋ। 2, you have to walk in the presence of the Lord. ਤੀਸਰੇ ਨੰਬਰ ਤੇ ਤੁਸੀਂ ਪਵਿੱਤਰ ਆਤਮਾ ਦੇ ਸ਼ਬਦਾਂ 'ਚ And ਚੱਲੋ। number 3, you have to walk on the word of God. ਤੇ ਚੌਥੇ ਨੰਬਰ ਤੇ ਤੁਸੀਂ ਪਵਿੱਤਰ ਆਤਮਾ ਦੇ ਗਿਫਟਸ ਵਿੱਚ And ਚੱਲੋ। number 4, you have to walk in the gifts of the Holy Spirit. यानी कि ਜਦੋਂ ਤੁਸੀਂ ਪਵਿੱਤਰ ਆਤਮਾ ਕੇ ਸਾਥ ਤੁਸੀਂ ਚੱਲੋਗੇ, That means ਤਿਉਂ ਇਹ ਚਾਰ ਚੀਜ਼ਾਂ ਤੁਹਾਡੇ ਵਿੱਚ ਆਣੀਆਂ ਚਾਹੀਦੀਆਂ ਨੇ, ਤੇ ਚਾਰ ਚੀਜ਼ਾਂ ਤੁਹਾਡੇ ਨਾਲ And that ਚੱਲਣਗੀਆਂ। means that when you will walk with the Holy Spirit, these 4 things, they should be in you. They will also walk with you as you walk with the Holy Spirit. ਪਵਿੱਤਰ ਆਤਮਾ ਦੇ ਪਿਆਰ ਦੇ ਵਿੱਚ ਬਣੇ You ਰਹਿਣਾ ਹੈ। have to stay in the love of the Holy Spirit. ਬਹੁਤ ਵਾਰੀ ਇੰਪੋਰਟੈਂਟ ਹੋਵੇਗਾ ਤੁਹਾਨੂੰ ਮਾਫ ਕਰਨਾ, ਬਹੁਤ ਵਾਰੀ ਇੰਪੋਰਟੈਂਟ ਹੋਵੇਗਾ ਭੁੱਲ ਜਾਣਾ, ਬਹੁਤ ਵਾਰੀ ਇੰਪੋਰਟੈਂਟ ਹੋਵੇਗਾ ਤੁਸੀਂ ਗੁੱਸਾ ਨਹੀਂ ਕਰਨਾ, ਗਿਲਾ ਨਹੀਂ ਕਰਨਾ, ਮਾਫੀ ਦੇਣੀ, ਤਾਂ ਕਿ ਤੁਸੀਂ ਪਵਿੱਤਰ ਆਤਮਾ ਦੇ ਪਿਆਰ ਦੇ ਵਿੱਚ ਚੱਲ And ਸਕੋ। there will be a lot of times in your life that it will be important, it will be essential for you to forgive and for you to forget and for you to not to get angry at things, so you can walk in the Holy Spirit, in the love of the Holy Spirit. ਦੂਸਰੇ ਨੰਬਰ ਤੇ ਪਵਿੱਤਰ ਆਤਮਾ ਦੀ ਹਜ਼ੂਰੀ ਦੇ ਵਿੱਚ ਚੱਲਣਾ ਆ, ਤੇ ਕੋਈ ਵੀ ਸਰੀਰਿਕ ਕਾਮਨਾਵਾਂ ਦੀ ਗੱਲ ਜਾਂ ਕੋਈ ਵੀ ਬੰਦੇ ਦੀ ਆਪਣੀ ਮੈਂ ਜਿਹੜੀ ਹੈ ਵਿੱਚ ਨਾ ਆ ਜਾਵੇ, ਤਾਂ ਕਿ ਉਹ ਹਜ਼ੂਰੀ ਜਿਹੜੀ ਹੈ ਤੁਹਾਡੀ ਜ਼ਿੰਦਗੀ 'ਚ ਉਹਨੂੰ ਸੱਟ ਨਾ ਲੱਗੇ, ਤੇ ਪਵਿੱਤਰ ਆਤਮਾ ਨੂੰ ਤੁਸੀਂ ਕਿਸੇ ਤਰੀਕੇ ਦੇ ਨਾਲ ਠੋਸ ਨਾ ਪਹੁੰਚਾਵੋ, ਤੇ ਉਹ ਤੁਹਾਡੇ ਨਾਲ ਚੱਲ And the ਸਕੇ। second thing is the presence of the Holy Spirit. It's very important that we don't have any ego in us, or we are not walking in the fleshly desires, so that the presence of the Holy Spirit won't be hurt through us. ਤੀਸਰੇ ਨੰਬਰ ਤੇ ਪਵਿੱਤਰ ਆਤਮਾ ਦੇ ਸ਼ਬਦਾਂ ਦੇ ਵਿੱਚ ਜਦੋਂ ਮੈਂ ਪਰਮੇਸ਼ਰ ਦਾ ਵਚਨ ਦੀ ਗੱਲ ਕਰਦਾ ਆ, ਮੈਂ ਪਰਮੇਸ਼ਰ ਦੇ ਲਿਖੇ ਹੋਏ ਵਚਨ ਦੀ ਗੱਲ ਕਰਦਾ, ਤੇ ਪਵਿੱਤਰ ਆਤਮਾ ਦੀ ਸਿੱਧੀ ਜਿਹੜੀ ਆਵਾਜ਼ ਆਉਂਦੀ ਹੈ ਉਹਦੀ ਗੱਲ ਕਰਦਾ, ਕਿ ਜੇ ਤੁਸੀਂ ਪਵਿੱਤਰ ਵਚਨਾਂ ਦੇ ਖਿਲਾਫ ਜਾਵੋਗੇ ਜਾਂ ਵਚਨ ਫਿਲਟਰ ਨਹੀਂ ਕਰ ਰਹੇ, ਤੁਸੀਂ ਤੁਰਨ ਦੀ ਕੋਸ਼ਿਸ਼ ਕਰ ਰਹੇ ਹੋ ਉਸ ਰਾਸਤੇ ਦੇ ਵਿੱਚ, ਤਾਂ ਤੁਸੀਂ ਪਵਿੱਤਰ ਆਤਮਾ ਦੇ ਨਾਲ ਨਹੀਂ ਚੱਲ ਸਕੋਗੇ। And the other thing, when we talk about the word of God, the word of God itself, the written word, and also the voice that you hear when you are walking with the Holy Spirit. So when you are not filtering what you are reading in the word of God, so then you won't be able to walk with the Holy Spirit. ਚੌਥੇ ਨੰਬਰ ਤੇ ਤੁਸੀਂ ਪਵਿੱਤਰ ਆਤਮਾ ਦੇ ਗਿਫਟਿੰਗ ਵਿੱਚ ਚੱਲੋਗੇ। ਪ੍ਰਭੂ ਇਹ ਜ਼ਰੂਰੀ ਹੋਵੇਗਾ ਕਿ ਤੁਸੀਂ ਪਵਿੱਤਰ ਆਤਮਾ ਦੀ ਆਵਾਜ਼ ਸੁਣ ਕੇ ਉਹਦੀ ਗਿਫਟਿੰਗ ਵਿੱਚ ਚੱਲ ਸਕੋ ਤੇ ਚੱਲਣਾ ਚਾਹੋ। ਕਿਉਂ? ਕਿਉਂਕਿ ਪਵਿੱਤਰ ਆਤਮਾ ਦਾ ਖਾਸ ਮਕਸਦ ਇਹੀ ਆ ਕਿ ਬੋਡੀ ਆਫ ਕ੍ਰਾਈਸਟ ਜਾਂ ਚਰਚ ਜੋ ਹੈ ਉਹ ਐਡੀਫਾਈ ਹੋ ਸਕੇ, ਕਿਉਂਕਿ ਜੋ ਐਡੀਫਾਈ ਹੋਵੇਗਾ ਸਾਰੀ ਮਹਿਮਾ ਪ੍ਰਭੂ ਯਿਸੂ ਮਸੀਹ ਨੂੰ ਮਿਲੇਗੀ। And when we talk about the giftings of the Holy Spirit, it's so important for all of us to walk in the giftings of the Holy Spirit, because when we walk in the gifting of the Holy Spirit, we will be fulfilling the purpose of the Lord in us, and the whole body of Christ will be edified through us. And it is very important that we have the desire to walk in the gifting of the Holy Spirit. ਕਿਸੇ ਵੀ ਹਾਲਤ ਵਿੱਚ ਆਪਾਂ ਪਵਿੱਤਰ ਆਤਮਾ ਨੂੰ
ਨਾਰਾਜ਼ ਨਹੀਂ ਕਰਨਾ, ਉਹਨੂੰ ਸੱਟ ਨਹੀਂ ਪਹੁੰਚਾਣੀ, ਉਹਨੂੰ ਕੰਟਰੈਕਟ ਨਹੀਂ ਕਰਨਾ, ਉਹਨੂੰ ਬੁਝਾਉਣਾ ਨਹੀਂਗਾ, ਬਲਕਿ ਪ੍ਰਭੂ ਤੇ ਪੈਣੋ ਉਹਦੇ ਨਾਲ ਨਾਲ ਚੱਲਣਾ ਹੈ। And no matter what happens, it's so important that we don't hurt the Holy Spirit. We don't contradict the Holy Spirit. We don't let the presence go dim in our life. It's important that we walk with the Holy Spirit continuously. ਇਹ ਪਵਿੱਤਰ ਆਤਮਾ ਦਾ ਕੰਮ ਹੈ This is the work of the Holy Spirit. ਕਿ ਸਾਡੀ ਰੂਹਾਨੀ ਜ਼ਿੰਦਗੀ ਨੂੰ ਐਡੀਫਾਈ ਕਰਦਾ ਆ, ਸਾਨੂੰ ਤਕੜਾ ਕਰਦਾ ਆ, ਤਾਂ ਕਿ ਅਸੀਂ ਚਰਚ ਨੂੰ ਐਡੀਫਾਈ ਕਰ ਸਕੀਏ, ਤਾਂ ਕਿ ਪ੍ਰਭੂ ਯਿਸੂ ਮਸੀਹ ਜੀ ਦਾ ਚਰਚ ਜਿਹੜਾ ਉਹ ਐਡੀਫਾਈ ਹੋ ਸਕੇ, ਤਰੱਕੀ ਕਰ ਸਕੇ, ਜਾਨਾਂ ਬਚਾਈਆਂ ਜਾਣ ਤੇ ਸਾਰੀ ਮਹਿਮਾ, ਸਾਰਾ ਜਲਾਲ, ਸਾਰੀ ਇੱਜ਼ਤ, ਸਾਰਾ ਮਾਣ ਪ੍ਰਭੂ ਯਿਸੂ ਮਸੀਹ ਨੂੰ ਜਾਣ। And it's the Holy Spirit who edifies us, who strengthens us, so that the body of Christ can be edified, so that the all the glory and the praise goes to Lord Jesus, and the souls will be saved, and the kingdom of God will be continually blessed. ਹੁਣ ਜਦੋਂ ਪਵਿੱਤਰ ਆਤਮਾ ਕੇ ਸਾਥ ਚੱਲਣ ਦੀ ਗੱਲ ਹੁੰਦੀ ਹੈਗੀ ਆ, ਪ੍ਰਭੂ ਮੈਨੂੰ ਕਈ ਸਵਾਲ ਪੁੱਛਦੇ ਨੇ ਕਿ ਪਾਸਟਰ ਜੀ, ਜਦੋਂ ਪਵਿੱਤਰ ਆਤਮਾ ਆਪਾਂ ਨੂੰ ਗਿਫਟਿੰਗ ਦਿੰਦੇ ਨੇ, ਪਵਿੱਤਰ ਆਤਮਾ ਰੂਹ ਦੀ ਗਿਫਟਿੰਗ ਜਿਹੜੇ ਨੇ, ਗਿਫਟਸ ਨੇ ਰੂਹ ਦੇ, ਤੇ ਜਿਹੜੇ ਟੈਲੈਂਟਸ ਨੇ ਤੇ ਗਿਫਟਸ ਨੇ, ਉਹਦਾ ਕੀ ਫਰਕ ਹੈ? And sometimes people ask, there's talents and there's a gifting. What's the difference between the talents and the gifting? ਜਦੋਂ ਇੱਕ ਬੱਚਾ ਜਨਮ ਲੈਂਦਾ ਆ, When ਨੈਚੁਰਲੀ a baby is born, ਉਹਦੇ ਨੈਚੁਰਲ ਟੈਲੈਂਟਸ ਹੁੰਦੇ ਨੇ। the baby has some natural talents in him. ਕਿਸੇ ਨੂੰ ਗਾਣ ਦਾ Some ਟੈਲੈਂਟ, has a talent of singing, ਕਿਸੇ ਨੂੰ ਪਕਾਉਣ some ਦਾ have ਟੈਲੈਂਟ, talent of cooking, ਕਿਸੇ ਨੂੰ ਖਾਣ and ਦਾ some people have ਟੈਲੈਂਟ, a talent of eating, ਕਿਸੇ ਨੂੰ ਪੇਂਟ ਕਰਨ ਦਾ some has ਟੈਲੈਂਟ। a talent of painting. ਇਹ ਨੈਚੁਰਲ ਬੱਚੇ ਜਦੋਂ ਜਨਮ ਲੈਂਦੇ ਨੇ ਤਾਂ ਉਹਨਾਂ 'ਚ ਟੈਲੈਂਟ ਪਾਏ And ਜਾਂਦੇ ਨੇ। it's a natural thing that some babies, when they're born, they have these natural talents in them. ਹੁਣ ਜਦੋਂ ਰੂਹਾਨੀ ਤੌਰ ਤੇ ਤੁਸੀਂ ਜਨਮ ਲੈਂਦੇ ਹੋ, When you spiritually you are born, ਉਦੋਂ ਰੂਹ ਵੀ ਉਸ ਰੂਹਾਨੀ ਬੇਬੀ ਨੂੰ ਰੂਹਾਨੀ ਟੈਲੈਂਟਸ ਦਿੰਦੀ ਆ, ਜਿਨ੍ਹਾਂ ਨੂੰ ਕਿਹਾ ਜਾਂਦਾ ਆ ਗਿਫਟਸ ਆਫ ਹੋਲੀ and the ਸਪਿਰਿਟ। Spirit at the time gives those babies, those spiritual babies, the spiritual talents or spiritual gifts, which are called the gifts of the Holy Spirit. ਹੁਣ ਪਵਿੱਤਰ ਆਤਮਾ ਲੋਕਾਂ ਦੇ ਵਿੱਚ, ਜੇ ਤੁਸੀਂ ਰੂਹਾਨੀ ਤੌਰ ਤੇ ਜਨਮ ਲਿਆ ਆ, ਤੁਹਾਡੇ 'ਚ ਘੱਟ ਤੋਂ ਘੱਟ ਇੱਕ ਗਿਫਟ ਜ਼ਰੂਰ ਹੋਵੇਗਾ ਪਵਿੱਤਰ ਆਤਮਾ ਦਾ, ਰੂਹਾਨੀ ਗਿਫਟ, ਜਿਹਨੂੰ ਪਵਿੱਤਰ ਆਤਮਾ ਹੀ ਆਪਰੇਟ ਕਰਦਾ ਹੈ। And if you are born in the Spirit already, so you definitely have at least one talent in you, which is operated by the Spirit, by the Holy Spirit in your life. ਹੁਣ ਕਈ ਸਵਾਲ ਕਰਦੇ ਹੈਗੇ ਨੇ ਕਿ ਪਾਸਟਰ ਜੀ, ਇਹ ਜਿਹੜੇ ਰੂਹਾਨੀ ਗਿਫਟਸ ਹੈਗੇ ਨੇ, ਇਹ ਸਾਨੂੰ ਕਿਸ ਤਰ੍ਹਾਂ ਪਵਿੱਤਰ ਆਤਮਾ ਡਿਸਟ੍ਰੀਬਿਊਟ ਕਰਦਾ ਆ, ਤੇ ਕਿਸ ਤਰ੍ਹਾਂ ਸਾਨੂੰ ਦਿੱਤੇ ਜਾਂਦੇ ਨੇ, ਤੇ ਸਾਨੂੰ ਮੰਗਣੇ ਪੈਣੇ And ਆ? sometimes people ask that, Pastor, how are these gifts distributed to us? Like, do we have to ask for those gifts to be activated in us? ਪਹਿਲੇ ਨੰਬਰ ਤੇ ਜਦੋਂ ਤੁਸੀਂ ਰੂਹਾਨੀ ਜਨਮ ਲਿਆ, ਤੁਹਾਡੇ ਵਿੱਚ ਆਟੋਮੈਟਿਕਲੀ ਪਵਿੱਤਰ ਆਤਮਾ ਨੇ ਕੋਈ ਗਿਫਟ ਪਾ ਦੇਣਾ ਹੈ। And it's for sure that once you are born spiritually, that Holy Spirit has put a gift in you. ਦੂਸਰੇ ਨੰਬਰ ਤੇ ਬੱਚਨ 'ਚ ਆ ਵੀ ਦੱਸਿਆ ਜਾਂਦਾ ਹੈ ਕਿ ਜੇ ਤੁਸੀਂ ਡਿਜ਼ਾਇਰ ਕਰੋ, ਲਿਖਿਆ ਹੈ ਕਿ ਤੁਸੀਂ ਚੰਗੇ ਤੋਂ ਚੰਗੇ ਗਿਫਟ ਡਿਜ਼ਾਇਰ ਕਰੋ, ਤੁਸੀਂ ਮੰਗੋ, ਤੁਸੀਂ ਮੰਗ ਸਕਦੇ ਹੋ, ਡਿਜ਼ਾਇਰ ਕਰ ਸਕਦੇ ਹੋ ਚੰਗੇ ਤੋਂ ਚੰਗੇ ਗਿਫਟ, ਤੇ ਰੱਬ ਤੁਹਾਨੂੰ ਦੇਵੇਗਾ। And there's another, it's written that if you desire the gifts of the Holy Spirit, you ask the gifts of the Holy Spirit from Him, and God will definitely give you. ਕਈ ਵਾਰ ਕੁਛ ਭੈਣ ਭਰਾ ਅਲੱਗ ਹੋ ਜਾਂਦੇ ਨੇ, ਕਮਰੇ 'ਚ ਬੰਦ ਹੋ ਜਾਂਦੇ ਨੇ, ਆਪਣੇ ਆਪ ਨੂੰ ਕੁਆਰੰਟਾਈਨ 'ਚ ਪਾ ਲੈਂਦੇ ਨੇ, ਤਾਂ ਕਿ ਉਹ ਪਰਮੇਸ਼ਰ ਦੇ ਚਰਨਾਂ ਵਿੱਚ ਆ ਕੇ ਫਾਸਟਿੰਗ ਪ੍ਰੇਅਰ ਦੇ ਕਰਕੇ ਪਰਮੇਸ਼ਰ ਤੋਂ ਕੋਈ ਗਿਫਟ ਲੈ ਸਕਣ। ਇਹ ਵੀ ਇੱਕ ਤਰੀਕਾ ਹੈ ਗਿਫਟ ਪ੍ਰਾਪਤ ਕਰਨ ਦਾ। ਜਾਂ ਕੋਈ ਪਰਮੇਸ਼ਰ ਦਾ ਸੇਵਕ ਆ ਕੇ ਤੁਹਾਡੇ 'ਤੇ ਹੱਥ ਰੱਖੇ, ਤੁਸੀਂ ਅਪੋਸਟਲ ਪੌਲ ਨੂੰ ਸੱਦ ਲਓ, ਤੁਹਾਡੇ 'ਤੇ ਆ ਕੇ ਹੱਥ ਰੱਖੇ ਤੇ ਤੁਹਾਡੇ 'ਤੇ ਪ੍ਰੇ ਕਰੇ, ਤੇ ਜਦੋਂ ਤੁਹਾਡੇ 'ਤੇ ਪ੍ਰੇ ਕਰਦਾ ਹੈ ਤੇ ਉਹਦੇ ਥਾਈਂ ਦੇ ਵੀ ਗਿਫਟ ਜਿਹੜੇ ਨੇ ਤੁਹਾਡੇ ਵਿੱਚ ਇੰਪਾਰਟ ਕੀਤੇ ਜਾ ਸਕਦੇ ਨੇ। ਸੋ ਤਿੰਨ ਤਰੀਕੇ। And sometimes some brothers and sisters, they kind of put themselves in a closet, in a room, so they're praying, and that could be a way as well how the gifting starts operating in you, and you're spending time with the Holy Spirit. And sometimes also when other people that for example Apostle Paul, let's say, he comes and he prays, let's say, on you, and then yes, those gifts can be also imparted through him. ਪਵਿੱਤਰ ਆਤਮਾ ਜਦੋਂ ਕਿਸੇ ਨੂੰ ਕੋਈ ਗਿਫਟ ਦਿੰਦਾ ਆ, ਉਹ ਤਕਰੀਬਨ ਉਹਦੇ ਕਹਿ ਲਓ ਕਿ ਟੈਂਪਰਾਮੈਂਟ ਦੇ ਮੁਤਾਬਿਕ ਹੀ ਉਹਨੂੰ ਗਿਫਟ ਦਿੰਦਾ ਹੈ।
ਦੇਖ ਕੇ ਵੀ ਇਹਨੂੰ ਕਿਹੜਾ ਸੱਜਦਾ ਆ ਕਿਹੜਾ ਜੱਚਦਾ ਆ ਗਿਫਟ ਉਸ ਤਰ੍ਹਾਂ ਦਾ ਗਿਫਟ ਉਹਨੂੰ ਦਿੱਤਾ ਜਾਂਦਾ ਆ ਜਿਹਦੇ ਨਾਲ ਪ੍ਰਭੂ ਯਿਸੂ ਮਸੀਹ ਦੀ ਵਡਿਆਈ ਹੁੰਦੀ ਆ ਤੇ ਚਰਚ ਦੀ ਐਡੀਫਿਕੇਸ਼ਨ ਉਤਰਦੀ ਹੈ And when Holy Spirit gives a gift to someone, it goes with the person's nature practically, and so when they receive that gift from the Holy Spirit according to their nature, then the church of the Lord is edified and God's name is glorified through his life. ਹੁਣ ਪ੍ਰਭੂ ਦੇ ਪੈਰੋਂ ਜਦੋਂ ਤੁਸੀਂ ਰੱਬ ਦੀ ਰੂਹ ਦੇ ਨਾਲ ਭਰ ਜਾਵੋਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਰੱਬ ਦੀ ਰੂਹ ਦੇ ਨਾਲ ਭਰਨ ਦੇ ਨਾਲ ਹੀ ਤੁਹਾਡੇ ਵਿੱਚ ਇਹ ਗਿਫਟ ਜਿਹੜੇ ਨੇ ਇਹ ਮੈਨੀਫੈਸਟ ਹੋਣੇ ਸ਼ੁਰੂ ਹੋ ਜਾਣਗੇ ਸੋ ਤੁਸੀਂ ਆਪਣੇ ਆਪ ਨੂੰ ਤਿਆਰ ਕਰਕੇ ਰੱਖਣਾ ਹੈ ਕਿਉਂਕਿ ਵਚਨ ਆਖਦਾ ਹੈ ਕਿ ਰੂਹ ਦੇ ਵਿੱਚ ਭਰਨ ਦੇ ਨਾਲ ਹੀ ਉਹ ਭਵਿੱਖਬਾਣੀਆਂ ਕਰਨ ਲੱਗੇ ਉਹ ਵਿਜ਼ਨਸ ਦੇਖਣ ਲੱਗੇ ਉਹ ਡ੍ਰੀਮਸ ਦੇਖਣ ਲੱਗੇ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਉਹਨਾਂ ਦੇ ਕੰਨ ਖੁੱਲ੍ਹ ਗਏ ਹੀਲਿੰਗਸ ਹੋਣ ਲੱਗ ਗਏ ਮਿਰੇਕਲਸ ਹੋਣ ਲੱਗ ਗਏ ਸੋ ਸਾਰੇ ਗਿਫਟ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਆਉਣਗੇ ਲੇਕਿਨ ਯਾਦ ਰੱਖੋ ਪਵਿੱਤਰ ਆਤਮਾ ਨਾਲ ਚੱਲੇਗਾ ਤੁਹਾਡੇ ਹਰ ਇੱਕ And when these gifts starts coming on you, it is important when they start manifesting on you, it's important that you are ready to receive them, and you have to walk with the Holy Spirit continuously, and at that time you will notice that they're manifesting in the Word of God. We see at that time the visions people were receiving, the dreams they were receiving, their ears were open and their spiritual eyes were open, miracles were happening, healings were happening at that time. ਹੁਣ ਸ਼ਾਇਦ ਤੁਸੀਂ ਕਹਿ ਸਕਦੇ ਹੋਗੇ ਕਿ ਪਾਸੇ ਜਾਂ ਤੁਸੀਂ ਪ੍ਰਚਾਰ ਕਰ ਰਹੇ ਹੋ ਕਿ ਪਵਿੱਤਰ ਆਤਮਾ ਕੇ ਸਾਥ ਨਹੀਂ ਪਵਿੱਤਰ ਆਤਮਾ ਤਾਂ ਸਾਰਿਆਂ ਦੇ ਸਾਥ ਆ ਸਾਰਿਆਂ ਦੇ ਨਾਲ ਹਾਂ ਮੈਂ ਕਲੀਅਰ ਕਰਨਾ ਚਾਹੁੰਦਾ ਦੋ ਹਜ਼ੂਰੀਆਂ ਨੇ ਪਵਿੱਤਰ ਆਤਮਾ ਦੀਆਂ ਇੱਕ ਤਾਂ ਹੈ ਮੈਨੀਫੈਸਟਡ ਪ੍ਰੈਜ਼ੈਂਸ ਆਫ ਹੋਲੀ ਸਪਿਰਿਟ ਦੂਸਰੀ ਹੈ ਓਮਨੀ ਪ੍ਰੈਜ਼ੈਂਸ ਆਫ ਹੋਲੀ ਸਪਿਰਿਟ So you might say that, Pastor Ji, but the Holy Spirit is with everyone. So, but I want to clear it. There are two different presence of the Holy Spirit that we are talking about. One is manifested presence of the Holy Spirit. Another one is the omnipresent presence of the Holy Spirit. ਹੁਣ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਚਾਨਣ ਸਾਰੀ ਦੁਨੀਆ ਤੇ We can say light is all over the world. ਲੇਕਿਨ ਅਸਲੀ ਚਾਨਣ ਅਸਲੀ ਚਾਨਣ ਅਸਲੀ ਪਾਵਰ ਤਾਂ ਉਹ ਸੂਰਜ ਦੇ ਵਿੱਚ ਬੜੀ ਹੋਈ ਆ ਉਹ ਸੂਰਜ ਜਿਹੜੀ ਆ ਉਹ ਖੁਦ ਉਹ But ਚਾਨਣ in actual light is the sun itself. Like it's in the sun, but even though it's all over the world. ਹੁਣ ਪਵਿੱਤਰ ਆਤਮਾ ਦੀ ਜਿਹੜੀ ਓਮਨੀ ਪ੍ਰੈਜ਼ੈਂਸ ਆ ਉਹ ਸਾਰੀ ਦੁਨੀਆ ਤੇ ਛਾਈ And the omnipresence of the Holy Spirit is all over the world. ਲੇਕਿਨ ਜਦੋਂ ਤੁਸੀਂ ਆਪਣਾ ਦਿਲ ਖੋਲ ਕੇ ਪ੍ਰਭੂ ਯਿਸੂ ਮਸੀਹ ਜੀ ਨੂੰ ਆਪਣੇ ਮੁਕਤੀਦਾਤਾ ਸਵੀਕਾਰ ਕਰ ਲੈਂਦੇ ਹੋ ਤੁਸੀਂ ਰੂਹ ਦੇ ਵਿੱਚ ਵਧਣਾ ਸ਼ੁਰੂ ਹੋ ਜਾਂਦੇ ਹੋ ਤਦ ਪਵਿੱਤਰ ਆਤਮਾ ਦੀ ਜਿਹੜੀ ਮੈਨੀਫੈਸਟਡ ਪ੍ਰੈਜ਼ੈਂਸ ਆ ਉਹ ਤੁਹਾਡੇ ਉੱਤੇ ਉਤਰਦੀ ਹੈਗੀ ਆ ਤਾਂ ਹੀ ਕਈ ਵਾਰ ਲੋਕ ਕਹਿੰਦੇ ਹੈਗੇ ਨੇ ਵਾਓ ਆਈ ਕੈਨ ਫੀਲ ਦ ਪ੍ਰੈਜ਼ੈਂਸ ਆਫ ਗੋਡ ਜਾਂ ਕਈ ਵਾਰ ਲੋਕ ਕਹਿੰਦੇ ਨੇ ਪਵਿੱਤਰ ਆਤਮਾ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ ਤੇ ਕਈ ਲੋਕ ਬਾਹਰਲੇ ਮਜ਼ਾਕ ਉਡਾਉਂਦੇ ਨੇ ਪਵਿੱਤਰ ਆਤਮਾ ਨੂੰ ਵੈਲਕਮ ਕਰਦੇ ਹਾਂ ਉਹ ਤਾਂ ਸਾਰੀ ਦੁਨੀਆ ਤੇ ਹੈ ਹਾਂ ਉਹਨਾਂ ਨੂੰ ਆ ਨਹੀਂ ਪਤਾ ਕਿ ਇਹ ਓਮਨੀ ਪ੍ਰੈਜ਼ੈਂਸ ਵੈਲਕਮ ਨਹੀਂ ਕਰ ਰਹੇ ਇਹ ਮੈਨੀਫੈਸਟਡ ਪ੍ਰੈਜ਼ੈਂਸ ਨੂੰ ਵੈਲਕਮ ਕਰ ਰਹੇ And sometimes we see that people are saying, wow, we are feeling the presence of the Lord, that we want to tell you that's the manifested presence of the Lord. And sometimes people say, oh, we welcome the presence of the Lord. And people say out there that, wow, it's everywhere. Why are we welcoming it again? We are welcoming the manifested presence of the Holy Spirit at that time, not the omnipresence. Omnipresence is everywhere, but the special manifested presence is what we are welcoming at the time. ਹੁਣ ਪ੍ਰਭੂ ਦੇ ਪੈਰੋਂ ਚਾਰ ਤਰੀਕਿਆਂ ਦੇ ਨਾਲ ਪਵਿੱਤਰ ਆਤਮਾ ਆਪਣੇ ਜੀਵਨ 'ਚ ਕੰਮ And ਕਰਦਾ now there are 4 different ways how the Holy Spirit works in us. ਰੂਹਾਨੀ ਤੌਰ ਤੇ ਸਾਨੂੰ ਐਡੀਫਾਈ ਕਰਦਾ ਹੈ ਤੇ ਸਾਡੀ ਰੂਹਾਨੀ ਜ਼ਿੰਦਗੀ ਨੂੰ ਤਕੜਾ ਕਰਦਾ ਹੈ ਤੇ ਤੁਹਾਨੂੰ ਚੱਕਦਾ ਹੈ And it edifies us spiritually and lifts us up spiritually. ਸਾਡਾ ਤਾਲੁਕਾਤ ਜੋ ਰੱਬ ਦੇ ਨਾਲ ਹੈ ਪਿਤਾ ਦੇ ਨਾਲ ਪੁੱਤਰ ਦੇ ਨਾਲ ਹੈ ਉਹ ਤਕੜਾ ਕਰਦਾ ਹੈ ਤੇ ਸਾਨੂੰ ਉਹਦੇ ਵੱਲ ਨੂੰ ਖਿੱਚਦਾ ਆ ਉਹਦੀ ਹਜ਼ੂਰੀ ਵੱਲ ਨੂੰ ਖਿੱਚਦਾ ਹੈ ਸਾਨੂੰ ਜੋੜਦਾ ਰਹਿੰਦਾ ਲਗਾਤਾਰ And it our relationship with the Son and the Father, it brings us closer to them and continuously lifts us up. ਸਾਡਾ ਤਾਲੁਕਾਤ ਜਿਹੜਾ ਬੋਡੀ ਆਫ ਕ੍ਰਾਈਸਟ ਦੇ ਨਾਲ ਆ ਭੈਣ ਭਰਾਵਾਂ ਦੇ ਨਾਲ ਆ ਪ੍ਰਭੂ ਦੇ ਪੈਰੋਂ ਸਾਨੂੰ ਇਸਤੇਮਾਲ ਕਰਦਾ ਉਹਨਾਂ ਨੂੰ ਐਡੀਫਾਈ ਕਰਨ ਦੇ ਵਾਸਤੇ ਉਹਨਾਂ ਨੂੰ ਇਸਤੇਮਾਲ ਕਰਦਾ ਸਾਨੂੰ ਐਡੀਫਾਈ ਕਰਨ ਵਾਸਤੇ ਤਾਂ ਕਿ ਉਹਨਾਂ ਨੂੰ ਟੀਚਿੰਗ ਮਿਲ ਸਕੇ ਤਾਂ ਕਿ ਉਹ ਗਰੋ ਹੋ ਸਕਣ ਤਾਂ ਕਿ ਉਹ ਹਜ਼ੂਰੀ 'ਚ ਵੱਧ ਸਕਣ ਤਾਂ ਕਿ ਉਹ ਗਿਫਟਿੰਗ ਵਿੱਚ ਵੱਧ In ਸਕਣ our relationship with other brothers and sisters in the church, the Holy Spirit it helps us or uses us to edify others and uses them to edify us, so that the whole church of body of Christ is edified, and then the things, the miracles and blessings and healings can take place.
ਦੁਨੀਆ ਦੇ ਨਾਲ ਜਿਹੜਾ ਸਾਡਾ ਤਾਲੁਕਾਤ ਆ, ਪਾਪ ਦੇ ਨਾਲ ਜਿਹੜਾ ਸਾਡਾ ਤਾਲੁਕਾਤ ਆ, ਸਰੀਰਕ ਕਾਮਨਾਵਾਂ ਦੇ ਨਾਲ ਸਾਡਾ ਤਾਲੁਕਾਤ ਆ, ਉਹਦੇ ਵਿੱਚ ਪਵਿੱਤਰ ਆਤਮਾ ਦਾ ਬਹੁਤ ਵੱਡਾ ਹੱਥ ਹੈ। ਸਾਡੀ ਮਦਦ ਕਰਦਾ ਆ ਤਾਂ ਕਿ ਇਹ ਤਾਲੁਕਾਤ ਟੁੱਟ ਸਕਣ ਤੇ ਕਮਜ਼ੋਰ ਹੋ ਸਕਣ, ਤਾਂ ਕਿ ਅਸੀਂ ਸਾਰੀ ਮਹਿਮਾ, ਸਾਰਾ ਜਲਾਲ, ਸਾਰੀ ਇੱਜ਼ਤ ਪ੍ਰਭੂ ਯਿਸੂ ਮਸੀਹ ਨੂੰ ਦੇ ਸਕੀਏ। And in the world that the Holy Spirit also takes part when our relationship with the world, so that our fleshly desires can die or go down, and the Holy Spirit lifts us up so that his name be glorified through our life, so the fleshly desires and sin, all those things stay behind. पवित्र आत्मा के साथ साथ चलने का कारण की है? भी काहतों चलना चाहता है पवित्र आत्मा What is साडे the नाल? reason? ਇਹਦਾ ਮੇਨ ਕਾਰਨ ਪ੍ਰਭੂ ਤੇ ਪਹਿਲੋਂ ਇਹ ਹੈ ਕਿ ਪ੍ਰਭੂ ਯਿਸੂ ਮਸੀਹ ਦਾ ਚਿਹਰਾ ਤੇ ਉਹਦੀ ਹਜ਼ੂਰੀ ਤੁਹਾਡੇ ਵਿੱਚ ਮੈਨੀਫੈਸਟ ਹੋ ਸਕੇ। And what is the reason that the Holy Spirit wants to walk with us? The main reason is so the face of Lord Jesus can be manifested, his presence can be manifested in us, ਤਾਂ ਕਿ ਜਾਨਾਂ ਬਚਾਈਆਂ so ਜਾਣ। that the souls can be saved. ਪਵਿੱਤਰ ਆਤਮਾ ਦਾ ਖਾਸ ਕਾਰਨ ਇਸ ਦੁਨੀਆ ਤੇ ਆਣਾ ਇਹ ਸੀ ਕਿ ਜਾਨਾਂ ਬਚਾਈਆਂ This ਜਾਣ। is the main purpose of the Holy Spirit to come here on this earth, so the souls can be saved. ਜਾਨਾਂ ਬਚਾਉਣ ਦੇ ਵਾਸਤੇ ਪ੍ਰਭੂ ਤੇ ਪਹਿਲੋਂ ਤੇ ਚਰਚ ਨੂੰ ਤਕੜਾ ਕਰਨ ਦੇ ਵਾਸਤੇ ਪਵਿੱਤਰ And ਆਤਮਾ to ਆਇਆ। save the souls and to edify, to strengthen the church of Christ. That's why the Holy Spirit came. ਹੁਣ ਆਖਰੀ ਦੇ ਵਿੱਚ ਕਈ ਭੈਣ ਭਰਾ ਸਵਾਲ ਕਰਦੇ ਹੈਗੇ ਨੇ, ਪਵਿੱਤਰ ਆਤਮਾ ਕਿਤੇ ਸਾਨੂੰ ਛੱਡ ਕੇ ਜਾ ਸਕਦਾ ਹੈ? And another question that some brothers and sisters ask at the end, I'm going to share, that can the Holy Spirit leave us? ਪ੍ਰਭੂ ਤੇ ਪਹਿਲੋਂ ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ ਹੈ ਕਿ ਪਵਿੱਤਰ ਆਤਮਾ ਕਦੇ ਵੀ ਕਿਸੇ ਨੂੰ ਛੱਡ ਕੇ ਨਹੀਂ ਜਾਣਾ। And the Word of God teaches us the Holy Spirit does not want to leave anyone. ਲੇਕਿਨ ਪ੍ਰਭੂ ਦਾ ਵਚਨ ਇਹ ਵੀ ਆਪਾਂ ਨੂੰ ਦੱਸਦਾ ਆ ਕਿ ਪ੍ਰਕਾਸ਼ ਦੀ ਪੋਥੀ ਦੇ ਵਿੱਚ ਪਰਮੇਸ਼ਰ ਨੇ ਆਖਿਆ ਸੀਗਾ ਕਿ ਧਿਆਨ ਦੇ ਨਾਲ ਆਪਾਂ ਅੱਗੇ ਵਧੀਏ, ਕਿਉਂਕਿ ਹੋ ਸਕਦਾ ਆ ਕਿ ਉਹਨਾਂ ਦੇ ਨਾਮ ਜੀਵਨ ਦੀ ਪੋਥੀ ਤੋਂ ਮਿਟਾ ਦਿੱਤੇ। And in the book of Revelations also it tells us that be very careful in your walk, in your spiritual walk. May not your name be erased from the book of life. ਕਾਹਤੋਂ ਅਸੀਂ ਪਾਪ ਦੀ ਜ਼ਿੰਦਗੀ ਤੋਂ ਜਾਂ ਗਲਤ ਜ਼ਿੰਦਗੀ ਤੋਂ ਭੱਜਦੇ ਹਾਂ? ਕਾਹਤੋਂ ਅਸੀਂ ਰਾਸਤਬਾਜ਼ੀ ਵਾਲੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹਾਂ? ਕਾਹਤੋਂ? ਕਿਉਂਕਿ ਪ੍ਰਭੂ ਤੇ ਭੈਣੋ ਬਚ ਕੇ ਚੱਲਣਾ ਹੈ, ਪਵਿੱਤਰ ਆਤਮਾ ਚ ਵਧਣਾ ਹੈ। ਕਿਉਂ ਨਾਮ ਮਿਟਾਏ ਗਏ ਉਹਨਾਂ ਦੇ? ਕਿਉਂਕਿ ਉਹਨਾਂ ਨੇ ਪਾਕ ਰੂਹ ਨੂੰ ਆਪਣੇ ਦਿਲੋਂ ਗਵਾ ਲਿਆ ਸੀ। And why are we all working hard in living and walking in the righteousness and running away from the life of sin? Why were their name were erased from the book of life? Because they had kind of taken the Holy Spirit out of their hearts. ਭਾਵੇਂ ਪੁਰਾਣੇ ਨੇਮ ਦੇ ਵਿੱਚ ਪਵਿੱਤਰ ਆਤਮਾ ਆਂਦਾ ਸੀ ਤੇ ਅਨੋਇੰਟ ਕਰਕੇ ਚਲਾ ਜਾਂਦਾ ਸੀ, ਲੇਕਿਨ ਨਵੇਂ ਨੇਮ ਦੇ ਵਿੱਚ ਪਵਿੱਤਰ ਆਤਮਾ ਆਇਆ, ਵਾਪਸ ਨਹੀਂ ਗਿਆ, ਬਲਕਿ ਇੱਥੇ ਰਿਹਾ, ਰੁਕਿਆ ਰਿਹਾ। In the Old Testament, the Holy Spirit used to come and used to anoint a person and leave again. But in the New Testament, once the Holy Spirit came, it did not go back, it stayed. ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਜਦੋਂ ਤੁਸੀਂ ਖਬਰਾਂ ਸੁਣੋ ਮਹਾਮਾਰੀਆਂ ਦੀਆਂ, ਜਦੋਂ ਤੁਸੀਂ ਖਬਰਾਂ ਸੁਣੋ ਕਿ ਇੱਕ ਦੇਸ਼ ਦੂਸਰੇ ਦੇਸ਼ ਤੇ ਚੜ੍ਹਾਈ ਕਰਨ ਜਾ ਰਿਹਾ, ਸਮਝੋ ਕਿ ਅੰਤ ਨੇੜੇ ਹੈ, ਸਮਝੋ ਕਿ ਪ੍ਰਭੂ ਦਾ ਆਣਾ ਨਜ਼ਦੀਕ ਹੈ। And the word of God says, when you hear these news of wars happening against countries, each other, and deadly diseases are taking place, all those things, just remember that means the end is near and the coming of the Lord is very near. ਤੂਰੀ ਫੂਕੀ ਜਾਵੇਗੀ। And trumpet will be blown. ਸਾਰਾ ਚਰਚ ਬੋਡੀ ਆਫ ਕ੍ਰਾਈਸਟ ਜਿਹਨੂੰ ਪਵਿੱਤਰ ਆਤਮਾ ਨੇ ਤਕੜਾ ਕੀਤਾ ਆ, ਪਵਿੱਤਰ ਕੀਤਾ ਹੋਇਆ ਆ, ਉਹ ਉਠਾ ਲਿਆ ਜਾਵੇਗਾ। ਮੁਰਦੇ ਜਿਹੜੇ ਪ੍ਰਭੂ ਯਿਸੂ ਸੁੱਤੇ ਪਏ ਨੇ, ਪਹਿਲਾਂ ਉਹ ਜਾਗਣਗੇ, ਬਾਅਦ ਵਿੱਚ ਆਪਾਂ ਜਿਹੜੇ ਜਾਗਦੇ ਹਾਂ ਉਠਾ ਲਏ ਜਾਣਗੇ ਤੇ ਬੱਦਲਾਂ ਤੇ ਮੁਲਾਕਾਤ ਕਰਾਂਗੇ ਰਾਜਾਂ ਤੇ ਰਾਜਾ ਤੇ ਪ੍ਰਭੂਆਂ ਦੇ ਪ੍ਰਭੂ ਦੇ। And at that time, the body of Christ will be lifted up. The dead who died, who were sleeping in the Lord first, they will go first. And then body of Christ will go, and on the clouds up there, we will be united with the Lord Jesus again. ਪਵਿੱਤਰ ਆਤਮਾ ਸਾਡੇ ਸਰੀਰਾਂ ਨੂੰ ਬਦਲ ਦੇਵੇਗਾ ਤੇ ਸਾਨੂੰ ਰੈਸੂਰੈਕਟਡ ਸਰੀਰ ਮਿਲ ਜਾਣਗੇ ਤੇ ਅਸੀਂ ਬੱਦਲਾਂ ਦੇ ਉੱਤੇ ਪ੍ਰਭੂ ਯਿਸੂ ਮਸੀਹ ਦੇ ਨਾਲ ਇਕੱਠੇ ਹੋਵਾਂਗੇ ਤੇ ਫਿਰ ਪ੍ਰਭੂ ਯਿਸੂ ਮਸੀਹ ਸਾਨੂੰ ਸਾਰਿਆਂ ਨੂੰ, ਚਰਚ ਨੂੰ ਪਹਿਲੀ ਦਫਾ
ਪਰਮੇਸ਼ਰ ਪਿਤਾ ਦੇ ਤਖਤ ਦੇ ਸਾਹਮਣੇ ਪ੍ਰੈਜ਼ੈਂਟ ਕਰਨਗੇ ਉੱਥੇ ਪ੍ਰਭੂ ਦੇ ਪੈਰੋਂ ਸਾਰੀ ਮਹਿਮਾ ਸਾਰਾ ਜਲਾਲ ਸਾਰੀ ਇੱਜ਼ਤ ਸਾਰਾ ਮਾਣ ਆਪਾਂ ਪਰਮੇਸ਼ਰ ਪਿਤਾ ਨੂੰ And ਦੇਵਾਂਗੇ at that time, our bodies will be resurrected. And then, when we meet with Lord Jesus for the first time, we will be presented in front of the throne of our Father. And that time, we will give all the glory, all the praise, and respect to our Father. यानी कि जो पवित्र आत्मा के साथ साथ चलेगा वो स्वर्ग तक पहुंच जाएगा That means that who will walk with the Holy Spirit continuously, we will walk and walk and walk, and we will walk all the way to heaven with Him. ਅੱਜ ਤੁਹਾਡੇ ਨਾਲ ਸ਼ੇਅਰ ਕੀਤਾ 7x7 with the Holy And Spirit today I shared with you being with the Holy Spirit, the walk with the Holy Spirit. पवित्र आत्मा के साथ साथ चलिए Walk with the Holy Spirit. पवित्र आत्मा के साथ साथ चलें Walk with the Holy Spirit. कि परमेश्वर पिता दा The प्यार Father, love of Father, प्रभु यीशु मसीह दी कृपा and दे में grace and mercy of Lord Jesus Christ, पवित्र आत्मा की and संगति the fellowship of the Holy Spirit हमेशा हमेशा के लिए आप सबके साथ साथ बनी रहे be with you for always and ever. यीशु मसीह के In the नाम name of Jesus. God bless you God bless you all.